2007 ਤੋਂ ਲੈ ਕੇ 2000 ਅੱਜ 21 ਆ ਗਿਆ, ਮੁਲਾਜ਼ਮ ਕੱਚੇ ਨੇ, ਨਿਗੂਣੀਆਂ ਤਨਖਾਹਾਂ ਤੇ ਕੰਮ ਕਰ ਰਹੇ। ਸਾਨੂੰ 10,000 ਤੋਂ ਘੱਟ ਸੈਲਰੀ ਮਿਲ ਰਹੀ ਹੈ, ਜਿਸ ਵਿੱਚ ਪਰਿਵਾਰ ਦਾ ਜੋ ਪਾਲਣ ਪੋਸ਼ਣ ਕਰਨਾ ਉਹ ਸਾਨੂੰ ਬਹੁਤ ਔਖਾ ਹੋ ਰਿਹਾ ਹੈ। ਇੱਕ ਮਹੀਨੇ ਦਾ ਸਮਾਂ ਦਿੱਤਾ ਸੀ ਕਿ ਸਪੈਸ਼ਲ ਇਜਲਾਸ ਬੁਲਾ ਕੇ ਵਿਧਾਨ ਸਭਾ ਦਾ ਤਾਂ ਇਜਲਾਸ ਤਾਂ ਹੋ ਗਿਆ ਇੱਕ ਸਰ ਇਜਲਾਸ ਹੋ ਗਿਆ, ਤੇ ਇਜਲਾਸ ਵਿੱਚ ਵੀ ਇਸੇ ਕਰਕੇ ਸਾਨੂੰ ਮਜਬੂਰ ਹੋ ਕੇ ਅਣਮਿੱਥੇ ਸਮੇਂ ਦੀ ਹੜਤਾਲ ਕਰਨੀ ਪਈ। ਜਦ ਇਜਲਾਸ ਵਿੱਚ ਵੀ ਕੁਝ ਨਹੀਂ ਨਿਕਲਿਆ ਸਾਡੇ ਲਈ। ਤੁਸੀਂ ਮੰਨਦੇ ਹੋ ਕਿ ਉਹ ਅਕਾਲੀ ਸਰਕਾਰ ਸੀ, ਕਾਂਗਰਸ ਸਰਕਾਰ ਆ, ਕਿਤੇ ਸਰਕਾਰ ਨੀਤੀ ਬਣਾਉਂਦੀ, ਇੱਕ ਸਰਕਾਰ ਦੀ ਨੀਤੀ ਦੂਸਰੀ ਸਰਕਾਰ ਲੈਂਦੀ ਨਹੀਂ ਗੀ। ਇਸ ਦਾ ਖਮਿਆਜਾ ਯਾਨੀ ਮੁਲਾਜ਼ਮਾਂ ਨੂੰ ਭੁਗਤਣਾ ਪੈਂਦਾ। ਮੁੱਖ ਮੰਤਰੀ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਮੁੱਕਰ ਗਿਆ। ਜਦੋਂ ਇਲੈਕਸ਼ਨ ਦਾ ਟਾਈਮ ਸੀ, ਮੰਗ ਪੱਤਰ ਵਿੱਚ ਪਹਿਲੀ ਮੰਗ ਕੈਪਟਨ ਦੀ ਮੇਰੇ ਕੋਲ ਕਟਿੰਗ ਗਿਆ, ਉਹਨਾਂ ਇਹ ਕਹੀ ਸੀ ਕਿ ਮੈਂ ਜਿੱਦਾਂ ਵੀ ਮੁਲਾਜ਼ਮ ਕੱਚੇ ਭਰਤੀਆਂ, ਕੰਟਰੈਕਟ ਤੇ ਹੈ, ਵਰਕ ਚਾਰਟ ਹੈ, ਡੇਲੀ ਵੇਜਸ ਹੈ, ਜਿੱਦਾਂ ਵੀ ਭਰਤੀਆਂ ਐਡਹਾਕ ਤੇ ਹੈ, ਉਹ ਸਾਰੇ ਮੈਂ ਪਹਿਲੀ ਕੈਬਨਿਟ ਦੀ ਮੀਟਿੰਗ ਬੁਲਾ ਕੇ ਰੈਗੂਲਰ ਕਰਾਂ। ਵੱਡੇ ਮਾਲੀਏ ਤੇ ਟਰਾਂਸਪੋਰਟ ਮਾਫੀ ਦਾ ਵੀ ਰਾਜ ਹੈ। ਉਹਦੇ ਵਿੱਚ 800 ਦੇ ਕਰੀਬ ਇੱਕ ਬੱਸਾਂ ਦੀ ਗੱਲ ਹੋਈ ਸੀਗੀ, ਬਗੈਰ ਪਰਮਿਟ ਤੋਂ ਚੱਲਦੀਆਂ। ਤੁਸੀਂ ਵਿੱਚ ਕੰਮ ਕਰਦੇ ਹੋ, ਜਿਹੜੀ 800 ਬੱਸਾਂ ਦੀ ਸ਼ਨਾਖਤ ਹੋਈ ਸੀ ਉਹਨਾਂ ਤੇ ਕਾਰਵਾਈ ਹੋਈ ਹੈ? ਨਹੀਂ ਸਰ, ਉਹਨਾਂ ਤੇ ਕੋਈ ਕਾਰਵਾਈ ਨਹੀਂ ਹੋਈ। ਤੁਹਾਨੂੰ ਕੀ ਲੱਗਦਾ ਵੀ ਦੋਨੇ ਸਰਕਾਰਾਂ ਮਿਲੀਆਂ ਹੋਈਆਂ ਕਿ ਸਰਕਾਰਾਂ ਦੇ ਮੰਤਰੀ ਮਿਲੇ ਹੋਏ? ਦੇਖਣ ਵਿੱਚ ਤਾਂ ਐਵੇਂ ਲੱਗਦਾ ਹੈ ਕਿ ਸਰਕਾਰਾਂ ਵੀ ਮਿਲੀਆਂ ਹੋਈਆਂ, ਮੰਤਰੀ ਮਿਲੇ ਹੋਏ, ਕਿਉਂਕਿ ਮੰਤਰੀ ਵੀ ਸਰਕਾਰੀ ਹੁੰਦੇ ਆ। ਜਦੋਂ ਪਨ ਬੱਸ ਦੀਆਂ ਬੱਸਾਂ ਨੂੰ ਰੋਡਵੇਜ ਵਿੱਚ ਮਰਜ ਕੀਤਾ ਜਾ ਸਕਦਾ ਹੈ ਤਾਂ ਵਰਕਰ ਨੂੰ ਕਿਉਂ ਨਹੀਂ ਮਰਜ ਕੀਤਾ ਜਾ ਸਕਦਾ? 1 ਤਰੀਕ ਨੂੰ ਸਾਡੀ ਜੋ ਰੈਗੂਲਰ ਜਥੇਬੰਦੀ ਹੈ ਉਹਦੇ ਨਾਲ ਰਜੀਆ ਸੁਲਤਾਨਾ ਆਪਣੇ ਟਰਾਂਸਪੋਰਟ ਮੰਤਰੀ ਦੀ ਮੀਟਿੰਗ ਹੋਈ ਸੀ। ਮੀਟਿੰਗ ਵਿੱਚ ਮੰਤਰੀ ਜੀ ਨੇ ਮੰਨਿਆ ਹੈ ਕਿ ਅਸੀਂ ਮੰਨਦੇ ਹਾਂ ਕਿ ਸਾਡੇ ਵਰਕਰਾਂ ਦੀ ਤਨਖਾਹਾਂ ਘੱਟ ਹੈ, ਇਹ ਪੱਕੇ ਹੋਣੇ ਚਾਹੀਦੇ ਹੈ ਕਾਫੀ ਦੇਰ ਤੋਂ, ਪਰ ਉਹ ਕਹਿੰਦੇ ਕਿ ਸਾਡੇ ਮੇਰੇ ਹੱਥ ਵਿੱਚ ਨਹੀਂ ਹੈ। ਹਰ ਵਾਰ ਆਪਣਾ ਪੱਲਾ ਝਾੜ ਦਿੰਦੇ ਆ ਕਿ ਸੀਐਮ ਨੇ ਕਰਨਾ ਹੈ, ਸੀਐਮ ਨੇ ਕਰਨਾ ਹੈ, ਪਰ ਹੁਣ ਇਲੈਕਸ਼ਨ ਦਾ ਦੌਰ ਹੈ, ਹੁਣ ਸੀਐਮ ਨੂੰ ਜਵਾਬ ਦੇਣਾ ਪੈਣਾ। ਸਕਾਈ ਨਿਊਜ਼ ਪੰਜਾਬ ਦੇਖ ਰਹੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ। ਮੈਂ ਹਾਂ ਤੁਹਾਡੇ ਨਾਲ ਆਰਐਸ ਲਿਬਰੇਟ। ਪੰਜਾਬ ਸਰਕਾਰ ਪ੍ਰਤੀ ਦਿਨ ਨਵੇਂ ਵਾਅਦੇ ਕਰਦੀ ਹੈ, ਜਿਉਂ-ਜਿਉਂ ਵਿਰੋਧ ਉੱਠ ਰਿਹਾ ਹੈ। ਬੀਤੇ ਦਿਨੀ 860 ਬੱਸਾਂ ਦੀ ਸ਼ਨਾਖਤ ਕੀਤੀ ਗਈ ਸੀ ਕਿ ਉਹਨਾਂ 'ਤੇ ਕਾਰਵਾਈ ਕੀਤੀ ਜਾਏਗੀ। ਅਜਿਹੇ ਮੁੱਦੇ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਉਠਾ ਰਹੇ ਨੇ। 18 ਨੁਕਾਤੀ ਏਜੰਡੇ ਦੇ ਵਿੱਚ ਹੈਗੇ ਨੇ ਇਹ ਕਿ ਟਰਾਂਸਪੋਰਟ ਦੇ ਸੰਬੰਧੀ ਬਹੁਤ ਗੱਲਾਂ ਹੋਈਆਂ ਸੀਗੀਆਂ, ਅਤੇ ਜਦੋਂ ਸਰਕਾਰ ਆਉਣ ਤੋਂ ਪਹਿਲਾਂ ਕੈਪਟਨ ਸਾਹਿਬ ਨੇ ਕਿਹਾ ਸੀਗਾ ਕਿ ਜਿਹੜੀਆਂ ਫਾਲਤੂ ਬੱਸਾਂ ਚੱਲਦੀਆਂ ਨੇ ਉਹ ਬੰਦ ਕਰ ਦਿੱਤੀਆਂ ਜਾਣਗੀਆਂ। ਆ ਪਿਛਲੇ ਦਿਨੀ ਫਿਰ ਉਹ ਕਵਾਇਦ ਚਲਾਈ, ਪਰ ਉਹ ਅਸਰ ਨਜ਼ਰ ਨਹੀਂ ਆਉਂਦਾ। ਪਰ ਇਹਦੇ ਵਿੱਚ ਪਿਸ ਰਹੇ ਨੇ ਵਰਕਰ। ਸਰਕਾਰ ਦੀਆਂ ਨੀਤੀਆਂ ਐਸੀਆਂ ਨੇ ਕਿ ਨੀਤੀ ਪਹਿਲਾਂ ਐਸੀ ਬਣਾਈ ਜਾਂਦੀ ਹੈ ਕਿ ਵਰਕਰ ਨੂੰ ਪਹਿਲਾਂ ਲਾਇਆ ਜਾਂਦਾ, ਲਾਉਣ ਤੋਂ ਬਾਅਦ ਉਹਨੂੰ ਇੱਕ ਸੁਪਨਾ ਦਿਖਾਇਆ ਜਾਂਦਾ ਕਿ ਕਿਤੇ ਨਾ ਕਿਤੇ ਪੱਕਾ ਹੋ ਜਾਏਗਾ, ਪਰ ਪੱਕਾ ਨਹੀਂ ਹੁੰਦਾ। ਗਤੀਵਿਧੀਆਂ ਸਾਰੀਆਂ ਉਸੇ ਤਰ੍ਹਾਂ ਦੀਆਂ ਹੁੰਦੀਆਂ ਨੇ। ਪੇਪਰ ਲਿਆ ਜਾਂਦਾ, ਮੈਟ ਬਣਾਈ ਜਾਂਦੀ ਹੈ, ਪ੍ਰੋਵੀਜ਼ਨ ਰਿਪੀਟ ਹੁੰਦਾ, ਪਰ ਪ੍ਰੋਵੀਜ਼ਨ ਰਿਪੀਟ ਹੋਣ ਤੋਂ ਬਾਅਦ ਫਿਰ ਉਹਨੂੰ ਨੁਕਤਿਆਂ 'ਚ ਉਲਝਾ ਕੇ ਫਸਾਇਆ ਜਾਂਦਾ, ਅਟਕਾਇਆ ਜਾਂਦਾ। ਪਰ ਜਦੋਂ ਚੋਣਾਂ ਨੇੜੇ ਆਉਂਦੀਆਂ, ਵਰਕਰ ਨੂੰ ਲੱਗਦਾ ਹੈ ਕਿ ਸ਼ਾਇਦ ਮੇਰੀ ਹੁਣ ਕੋਈ ਗੱਲ ਸੁਣੀ ਜਾ ਸਕੇ। ਵਰਕਰ ਫਿਰ ਲੋਕਤੰਤਰੀ ਤਰੀਕਾ ਬਣਾਉਂਦੇ, ਸੜਕਾਂ 'ਤੇ ਉਤਰਦੇ ਨੇ, ਸਰਕਾਰੀ ਅਫਸਰਾਂ ਨੂੰ ਮਿਲਦੇ ਨੇ, ਨੁਕਤਾ ਬਾਈ ਨੁਕਤਾ ਉਹਨਾਂ 'ਤੇ ਸਮਾਂ ਲੰਘਾਇਆ ਜਾਂਦਾ ਹੈ। ਪਰ ਕੀ ਹੁੰਦਾ ਹੈ ਕਿ ਵਰਕਰ ਜਦੋਂ ਇੱਕ ਸੰਗਠਨ 'ਚ ਚਲਾ ਜਾਂਦਾ ਤਾਂ ਉਹ ਇੱਕ ਸਮੂਹ ਨੂੰ ਰਿਪਰੈਜ਼ੈਂਟ ਕਰਦਾ, ਤਾਂ ਉਹਦਾ ਪ੍ਰੈਸ਼ਰ ਸਰਕਾਰਾਂ 'ਤੇ ਪੈਂਦਾ ਹੈ। 2015 ਦੇ ਵਿੱਚ ਇੱਕ ਐਸੀ ਭਰਤੀ ਹੁੰਦੀ ਹੈ, ਪੰਜਾਬ ਰੋਡਵੇਜ਼ ਕਰਦੀ ਹੈ। ਉਹਦੇ ਵਿੱਚ ਕੀ ਹੁੰਦਾ ਹੈ ਕਿ ਜਿਹੜੇ ਵਰਕਰ ਰੱਖੇ ਜਾਂਦੇ ਨੇ ਠੇਕਾਦਾਰ, ਉਹਨਾਂ ਦਾ ਟੈਸਟ ਹੁੰਦਾ ਹੈ, ਪ੍ਰੋਵੀਜ਼ਨ ਪੀਰੀਅਡ ਹੁੰਦਾ ਹੈ। ਜਦੋਂ 2018 ਦੇ ਵਿੱਚ 10,000 ਦੇ ਕਰੀਬ ਜਿਹੜੇ ਵਰਕਰ ਰੱਖੇ ਗਏ, ਉਹਨਾਂ ਦਾ ਪ੍ਰੋਵੀਜ਼ਨ ਪੀਰੀਅਡ ਪੂਰਾ ਹੋ ਗਿਆ। ਉਦੋਂ ਬਾਅਦ ਕੀ ਹੁੰਦਾ ਕਿ ਸਰਕਾਰ ਨਹੀਂ ਸੁਣਦੀ, ਫਿਰ ਉਹ ਇੱਕ ਸਟ੍ਰਾਈਕ ਕਰਦੇ ਆ ਜੁਲਾਈ ਦੇ ਵਿੱਚ। 2 ਦਿਨਾਂ ਦਾ ਚੱਕਾ ਜਾਮ ਹੁੰਦਾ ਹੈ, ਲੋਕ ਪਰੇਸ਼ਾਨ ਹੁੰਦੇ ਨੇ, ਪਰ ਸਰਕਾਰ ਦੇ ਅਫਸਰ ਫਿਰ ਇੱਕ ਵਾਅਦਾ ਦਿੰਦੇ ਨੇ ਕਿ ਅਸੀਂ ਇੱਕ ਨੀਤੀ ਬਣਾ ਰਹੇ ਹਾਂ, ਨੀਤੀ ਬਣਾਉਣ ਤੋਂ ਬਾਅਦ ਤੁਹਾਡਾ ਹੱਲ ਕੀਤਾ ਜਾਵੇਗਾ। ਉਹ ਹੱਲ ਨਹੀਂ ਹੁੰਦਾ। ਹੁਣ ਫਿਰ ਅੱਜ ਤੋਂ ਚੱਕਾ ਜਾਮ ਹੈ। ਵੱਡੀ ਸੰਖਿਆ ਦੇ ਵਿੱਚ ਪੰਜਾਬ ਦੇ ਯਾਤਰੀ, ਪੰਜਾਬ ਦੇ ਲੋਕ ਪਰੇਸ਼ਾਨ ਹੋ ਰਹੇ ਨੇ। ਜਿਹੜੇ ਵਰਕਰ ਨੇ ਉਹ ਤਾਂ ਹੈਗੇ ਨੇ। ਕੱਲ੍ਹ ਨੂੰ ਫਿਰ ਮੁੱਖ ਮੰਤਰੀ ਪੰਜਾਬ ਦੀ ਰਿਹਾਇਸ਼ ਦਾ ਘਿਰਾਓ ਵੀ ਕੀਤਾ ਜਾਣਾ ਹੈ। ਉਹਨਾਂ ਦੀਆਂ ਸਮੱਸਿਆ ਜਾਣਨ ਲਈ ਉਸ ਸਮੂਹ ਦੇ ਆਗੂ ਲਖਵਿੰਦਰ ਸਿੰਘ ਜੀ, ਜੁਆਇੰਟ ਸਕੱਤਰ ਪੰਜਾਬ ਰੋਡਵੇਜ਼ ਠੇਕਾਦਾਰ ਵਰਕਰ ਯੂਨੀਅਨ ਦੇ ਸਾਡੇ ਨਾਲ ਨੇ। ਦਰਸ਼ਕਾਂ ਵਿੱਚ ਵਕਫਾ ਨਾ ਬਣਦੇ ਹੋਏ ਸਾਰੀ ਉਹਨਾਂ ਦੀ ਸਮੱਸਿਆ ਸਰਕਾਰ ਨਾਲ ਉਹਨਾਂ ਦੀ ਹੋਣ ਤੱਕ ਹੋਈ ਗੱਲਬਾਤ। ਉਹਨਾਂ ਨੂੰ ਹੁਣ ਲੋਕਾਂ ਨੂੰ ਪਰੇਸ਼ਾਨ ਕਰਨਾ ਉਹਨਾਂ ਦਾ ਦਿਲੀ ਮਨਸ਼ਾ ਨਹੀਂ ਹੈ, ਪਰ ਉਹ ਮਜਬੂਰ ਨੇ। ਸਿੱਧਾ ਉਹਨਾਂ ਤੋਂ ਜਾਣਦੇ ਹਾਂ। ਲਖਵਿੰਦਰ ਸਿੰਘ ਜੀ, ਸਕਾਈ ਨਿਊਜ਼ ਪੰਜਾਬ 'ਤੇ ਤੁਹਾਡਾ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਤੁਸੀਂ ਅੱਜ ਤੋਂ ਅਣਮਿੱਥੇ ਸਮੇਂ ਲਈ ਚੱਕਾ ਜਾਮ ਕਰ ਦਿੱਤਾ, ਅਤੇ ਲੋਕ
ਦੀ ਪਰੇਸ਼ਾਨੀ ਸ਼ੁਰੂ ਹੋ ਗਈ ਹੈ ਲੋਕਾਂ ਦੀ। ਸਰਕਾਰਾਂ ਦੇ ਕੰਨ ਤੇ ਜੂ ਕਿੰਨੀ ਸਰਕਦੀ ਹੈ ਉਹ ਤਾਂ ਹਜੇ ਇਹ ਜਦੋਂ ਲੋਕਾਂ ਦਾ ਪ੍ਰਭਾਵ ਪਿਆ ਫਿਰ ਪਤਾ ਲੱਗੇਗਾ। ਕੱਲ ਤੁਸੀਂ ਸੀਐਮ ਰਿਹਾਇਸ਼ ਦਾ ਘਿਰਾਓ ਕਰਨ ਵੀ ਜਾ ਰਹੇ ਹੋ, ਤੁਹਾਡੀ ਪੂਰੀ ਰਣਨੀਤੀ ਕੀ ਹੈ ਤੇ ਮਸਲਾ ਕੀ ਹੈ? ਸਰ ਮੈਂ ਲਖਵਿੰਦਰ ਸਿੰਘ, ਪੰਜਾਬ ਰੋਡਵੇਜ਼ ਪਨਬਸ ਕੰਟਰੈਕਟ ਵਰਕਰ ਯੂਨੀਅਨ ਬ੍ਰਾਂਚ ਚੰਡੀਗੜ੍ਹ। ਦੇਖੋ ਜੀ ਸਰ, ਜਿਹੜੀ ਅਸੀਂ ਹੜਤਾਲ ਅਣਮਿੱਥੇ ਸਮੇਂ ਦੀ ਹੈ, ਇਹ ਸਾਡਾ ਕੋਈ ਸ਼ੌਂਕ ਨਹੀਂ ਹੈ, ਇਹ ਸਾਨੂੰ ਮਜਬੂਰੀ ਵਿੱਚ ਆਣ ਕੇ ਕਰਨੀ ਪੈ ਰਹੀ ਹੈ। ਇਸ ਤੋਂ ਪਹਿਲਾਂ ਵੀ ਨੋਟਿਸ ਦਿੱਤੇ ਜਾ ਚੁੱਕੇ ਆ ਆਪਣੀ ਰਜੀਆ ਸੁਲਤਾਨਾ ਟਰਾਂਸਪੋਰਟ ਮੰਤਰੀ ਨਾਲ। ਪਿਛਲੇ 9, 10, 11 ਅਗਸਤ ਹੜਤਾਲ ਦਾ ਸੱਦਾ ਸੀਗਾ, ਉਹਨਾਂ ਨੇ ਮੀਟਿੰਗ ਕਰਕੇ ਤੇ ਸਾਨੂੰ ਕੈਬਨਿਟ ਮੀਟਿੰਗ ਬੁਲਾ ਕੇ ਤੇ ਸੈਸ਼ਨ ਦੇ ਦੌਰਾਨ ਸਾਨੂੰ ਪੱਕਾ ਕਰਨ ਦਾ ਭਰੋਸਾ ਦਿੱਤਾ ਸੀ, ਜਿਸ ਦੇ ਵਿੱਚ ਅਸੀਂ ਇਹ ਹੜਤਾਲ ਪੋਸਟਪੋਨ ਕਰ ਦਿੱਤੀ ਗਈ ਸੀ। ਤੇ ਹੁਣ ਸਾਨੂੰ ਮਜਬੂਰੀ ਵਿੱਚ ਆਣ ਕੇ ਇਹ ਅਣਮਿੱਥੇ ਸਮੇਂ ਦੀ ਜੋ ਹੜਤਾਲ ਹੈ, ਜਿਸ ਨੂੰ ਕਿ ਅਸੀਂ ਅਖੀਰਲਾ ਹਥਿਆਰ ਮੰਨਦੇ ਹਾਂ, ਇਹ ਸਾਨੂੰ ਅਪਣਾਉਣਾ ਪੈ ਰਿਹਾ ਹੈ। ਤੇ ਮੈਂ ਪੰਜਾਬ ਦੀ ਜਨਤਾ ਤੋਂ ਹੱਥ ਬੰਨ੍ਹ ਕੇ ਮਾਫੀ ਵੀ ਮੰਗਦਾ ਹਾਂ ਕਿ ਸਾਨੂੰ ਇਹ ਮਜਬੂਰੀ ਵਿੱਚ ਇਹ ਸਟੈਪ ਚੱਕਣਾ ਪਿਆ ਹੈ, ਕਿਉਂਕਿ ਅਸੀਂ ਕਾਫੀ ਲੰਬੇ ਸਮੇਂ ਤੋਂ ਨਿਗੂਣੀਆਂ ਤਨਖਾਹਾਂ 'ਤੇ ਕੰਮ ਕਰ ਰਹੇ ਹਾਂ। ਤੇ 2007 ਤੋਂ ਅੱਜ 14 ਸਾਲ ਹੋ ਗਏ ਨੇ ਸਾਨੂੰ, 2007 ਤੋਂ ਲੈ ਕੇ 2021 ਆ ਗਿਆ, ਹੁਣ ਤੱਕ ਸਾਰੇ ਮੁਲਾਜ਼ਮ ਪੰਜਾਬ ਰੋਡਵੇਜ਼ ਵਿੱਚ ਕੱਚੇ ਕੰਮ ਕਰ ਰਹੇ ਨੇ। ਤੇ 2007 ਦੇ ਵਿੱਚ ਵੀ ਭਰਤੀ ਜਿਹੜੀ ਸੀਗੀ ਉਹ ਇਸ਼ਤਿਹਾਰ ਦੁਆਰਾ ਹੋਈ ਸੀ, ਤੇ ਉਸ ਤੋਂ ਬਾਅਦ 2014 ਵਿੱਚ ਇੱਕ ਯੂਨੀਵਰਸਿਟੀ ਦੁਆਰਾ ਟੈਸਟ ਲਿਆ ਗਿਆ ਸੀ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ। ਤੇ 2015 ਵਿੱਚ ਅਸੀਂ ਜੁਆਇਨਿੰਗ ਕੀਤੀ ਸੀ, 3 ਸਾਲ ਦਾ ਸਾਡਾ ਪ੍ਰੋਬੇਸ਼ਨਲ ਪੀਰੀਅਡ ਰੱਖਿਆ ਗਿਆ ਸੀ। 2018 ਵਿੱਚ ਸਾਡਾ ਪ੍ਰੋਬੇਸ਼ਨਲ ਪੀਰੀਅਡ ਖਤਮ ਹੋ ਚੁੱਕਿਆ। ਉਸ ਤੋਂ ਬਾਅਦ ਵੀ ਅਸੀਂ ਸਰਕਾਰ ਤੋਂ ਮੰਗ ਕੀਤੀ ਕਿ ਸਾਨੂੰ ਰੈਗੂਲਰ ਕੀਤਾ ਜਾਵੇ, ਸਾਡਾ ਪ੍ਰੋਬੇਸ਼ਨਲ ਪੀਰੀਅਡ ਖਤਮ ਹੋ ਚੁੱਕਿਆ। ਸਰਕਾਰ ਨੇ ਸਾਡੀ ਇੱਕ ਨਹੀਂ ਸੁਣੀ, ਤੇ ਤੁਸੀਂ ਹਿਸਾਬ ਲਾ ਲਓ 2007 ਤੋਂ ਲੈ ਕੇ 2021 ਆ ਗਿਆ, ਮੁਲਾਜ਼ਮ ਕੱਚੇ ਨੇ, ਨਿਗੂਣੀਆਂ ਤਨਖਾਹਾਂ 'ਤੇ ਕੰਮ ਕਰ ਰਿਹਾ। ਸਾਨੂੰ 10,000 ਤੋਂ ਘੱਟ ਸੈਲਰੀ ਮਿਲ ਰਹੀ ਹੈ, ਜਿਸ ਵਿੱਚ ਪਰਿਵਾਰ ਦਾ ਜੋ ਪਾਲਣ ਪੋਸ਼ਣ ਕਰਨਾ ਉਹ ਸਾਨੂੰ ਬਹੁਤ ਔਖਾ ਹੋ ਰਿਹਾ ਹੈ। ਪਰਿਵਾਰ ਦੇ ਸਾਥ ਤੋਂ ਬਿਨਾਂ ਅਸੀਂ ਕੁਝ ਨਹੀਂ ਕਰ ਸਕਦੇ। ਇਸ ਟਾਈਮ ਸਾਡੀ ਹਾਲਾਤ ਇੱਦਾਂ ਦੀ ਬਣੀ ਹੋਈ ਹੈ। ਤੇ ਜਿਹੜੀ ਹੜਤਾਲ ਹੈ ਇਹ ਸਾਨੂੰ ਬਹੁਤ ਹੀ ਮਜਬੂਰੀ ਵਿੱਚ, ਤੁਸੀਂ ਕਹਿ ਸਕਦੇ ਆ, ਜਦੋਂ ਮਤਲਬ ਪੰਜਾਬੀ 'ਚ ਕਹਾਵਤ ਹੈ ਕਿ ਨੱਕ ਚੋ ਕੇ ਮੂੰਹ 'ਚ ਪੈ ਗਈ, ਉਦੋਂ ਸਾਨੂੰ ਕਰਨੀ ਪੈ ਰਹੀ ਹੈ। ਹੜਤਾਲ ਕਰਨ ਦਾ ਸਾਡਾ ਦਿਲ ਨਹੀਂ ਸੀ ਹੈ, ਪਰ ਸਰਕਾਰ ਨੇ ਮਜਬੂਰ ਹੋ ਕੇ ਸਾਨੂੰ ਇਸ ਮੋੜ ਤੇ ਲਿਆ ਕੇ ਖੜਾ ਕਰ ਦਿੱਤਾ ਹੈ। ਚਲੋ ਲਖਵਿੰਦਰ ਜੀ, ਗੱਲ ਇਹ ਹੈ ਕਿ ਤੁਸੀਂ ਨਹੀਂ ਚਾਹੁੰਦੇ ਕਿ ਲੋਕ ਦੁਖੀ ਹੋਣ, ਜਿਨ੍ਹਾਂ ਨੂੰ ਸਹੂਲਤ ਸਰਕਾਰ ਦੇ ਰਹੀ ਹੈ ਉਹ 'ਚ ਵਿਘਨ ਪੈ ਜਾਂਦਾ ਤਾਂ ਸਰਕਾਰ ਨੂੰ ਕੁਝ ਨਹੀਂ ਹੁੰਦਾ, ਸਰਕਾਰ ਦੇ ਮੰਤਰੀਆਂ ਨੂੰ ਕੁਝ ਨਹੀਂ ਹੁੰਦਾ, ਲੋਕਾਂ ਨੂੰ ਉਹਦਾ ਜਾਨੀ ਖਮਿਆਜ਼ਾ ਭੁਗਤਣਾ ਪੈਂਦਾ ਹੈ। ਹੁਣ ਤੁਸੀਂ ਅੱਜ ਤੋਂ ਸਟ੍ਰਾਈਕ ਅਣਮਿੱਥੇ ਸਮੇਂ ਲਈ ਸ਼ੁਰੂ ਕਰ ਦਿੱਤੀ ਹੈ। ਪਹਿਲਾਂ ਮੈਂ ਦਰਸ਼ਕਾਂ 'ਚ ਸਾਂਝੀ ਕਰਨਾ ਚਾਹੁੰਦਾ ਤੁਸੀਂ ਦੱਸੋ ਕਿ ਕਿੰਨੇ ਕਿ ਲੋਕ ਇਹਦੇ ਨਾਲ ਪ੍ਰਭਾਵਿਤ ਹੋਣਗੇ, ਯਾਤਰਾਵਾਂ 'ਤੇ ਕਿੰਨਾ ਫਰਕ ਪਏਗਾ, ਕਿੰਨੇ ਯਾਤਰੀ ਪ੍ਰਭਾਵਿਤ ਹੋ ਸਕਦੇ ਇਸ ਤਰ੍ਹਾਂ? ਤਕਰੀਬਨ ਪੰਜਾਬ ਰੋਡਵੇਜ਼ ਦੇ ਵਿੱਚ 2500 ਤੋਂ 30 ਲੱਖ ਆਪਣਾ ਮੁਲਾਜ਼ਮ ਡੇਲੀ ਸਫ਼ਰ ਕਰਦਾ ਹੈ। ਤੇ ਇਹਦੇ ਵਿੱਚ ਤੇ ਸਾਡੀ ਇੱਕ ਗੱਲ ਹੋਰ ਦੱਸਣੀ ਚਾਹੁੰਦਾ ਕਿ PRTC ਸਾਨੂੰ ਪੂਰਾ ਸਹਿਯੋਗ ਕਰ ਰਹੀ ਹੈ। ਤੇ ਇਸ ਟਾਈਮ PRTC ਵੀ ਸਾਡੇ ਨਾਲ ਹੜਤਾਲ ਹੈ, ਪੂਰਨ ਤੌਰ ਤੇ ਬੱਸਾਂ ਚੱਕਾ ਜਾਮ ਕੀਤਾ ਹੋਇਆ ਹੈ ਤੇ ਬੱਸਾਂ ਡਿਪੂ ਦੇ ਵਿੱਚ ਖੜੀਆਂ ਨੇ। ਤੇ PRTC ਤੇ ਰੋਡਵੇਜ਼ ਦੇ ਵਿੱਚ ਮਿਲਾ ਕੇ ਤੁਸੀਂ ਲਾ ਲਓ 10,000 ਦੇ ਕਰੀਬ ਸਾਡੇ ਜੋ ਆਊਟਸੋਰਸ ਜਾਂ ਕੰਟਰੈਕਟ ਤੇ ਇਸ ਟਾਈਮ ਕੱਚੇ ਮੁਲਾਜ਼ਮ ਕੰਮ ਕਰ ਰਹੇ ਆ ਨਿਗੂਣੀਆਂ ਤਨਖਾਹਾਂ ਤੇ ਆਪਣੇ ਸਾਨੂੰ 25 ਤੋਂ 30 ਲੱਖ ਆਪਣਾ ਜੋ ਪੈਸੇਂਜਰ ਹੈ ਉਹ ਸਫ਼ਰ ਕਰਦਾ ਹੈ ਇੱਕ ਦਿਨ ਦੇ ਵਿੱਚ ਰੋਜ਼ਾਨਾ। ਤੇ ਹੁਣ ਸਵਾਰੀਆਂ ਦੀ ਗਿਣਤੀ ਕਾਫੀ ਵਧੀ ਹੈ, ਕਿਉਂਕਿ ਕਰੋਨਾ ਦਾ ਪ੍ਰਭਾਵ ਵੀ ਖਤਮ ਹੋਇਆ ਹੈ। ਤੇ ਜਿਹੜੀ ਜੋ ਆਧਾਰ ਕਾਰਡ ਦੀ ਜੋ ਸਹੂਲਤ ਹੈ, ਜੋ ਪੰਜਾਬ ਦੀਆਂ ਔਰਤਾਂ ਨੂੰ ਕੈਪਟਨ ਸਰਕਾਰ ਨੇ ਇੱਕ ਸਹੂਲਤ ਦਿੱਤੀ ਹੈ, ਇਸ ਸਹੂਲਤ ਦਾ ਅਸੀਂ ਸਵਾਗਤ ਵੀ ਕਰਦੇ ਹਾਂ ਕਿ ਚਲੋ ਜੀ ਆਪਣੀਆਂ ਧੀਆਂ ਭੈਣਾਂ ਨੇ ਸਫ਼ਰ ਕਰਨਾ ਹੈ ਬੱਸਾਂ ਵਿੱਚ। ਪਰ ਹੁਣ ਇਹ ਸਹੂਲਤ ਹੁਣ ਕਿਉਂਕਿ ਹਰੇਕ ਸਵਾਰੀ ਹੈ, ਹਰੇਕ ਪੈਸੇਂਜਰ ਲੇਡੀ ਸਵਾਰੀ ਜਾਂ ਜੈਂਟਸ ਕੋਈ ਸਰਕਾਰੀ ਗੱਡੀ ਭਾਲਦੀ ਹੈ, ਤੇ ਹੁਣ ਉਹ ਸਰਕਾਰੀ ਗੱਡੀ ਹੈ ਨਹੀਂ। ਉਹ ਸਰਕਾਰ ਦੀ ਮਾੜੀਆਂ ਨੀਤੀਆਂ ਕਰਕੇ ਜਦੋਂ ਸਾਨੂੰ ਨਹੀਂ ਚਲੋ ਸਾਡਾ ਤੁਹਾਡਾ ਕਹਿਣ ਦਾ ਮਤਲਬ ਹੈ ਜੋ ਸਰਕਾਰਾਂ ਨੇ ਨੀਤੀਆਂ ਵੀ ਬਣਾਈਆਂ ਤੇ ਉਸ ਤੇ ਜਿਹੜੀ ਮੁਫਤ ਦੀ ਇੱਕ ਸਹੂਲਤ ਦਿੱਤੀ ਹੈ ਕਿ ਮਹਿਲਾਵਾਂ ਨੂੰ, ਔਰਤਾਂ ਨੂੰ, ਤੇ ਯਾਨੀ ਕਿ ਉਹ ਜ਼ਿਆਦਾ ਸਫ਼ਰ ਕਰਨਗੀਆਂ। ਤੇ ਤੁਸੀਂ ਕਿੰਨੇ ਲੱਖ ਦੀ ਕਹਿੰਦੇ ਹੋ ਰੋਜ਼ਾਨਾ ਦੀ ਯਾਤਰਾ ਦੀ ਯਾਤਰੀ ਮੁਸਾਫਰ ਆਉਂਦੇ ਜਾਂਦੇ ਨੇ? ਤਕਰੀਬਨ 25 ਤੋਂ 30 ਲੱਖ ਦੇ ਕਰੀਬ ਮੁਲਾਜ਼ਮ ਆਪਣੇ 25 ਲੱਖ ਮੰਨਦੇ ਆ। ਤੇ ਕਿੰਨਾ ਕਾ ਇੱਕ ਦਿਨ ਦੇ ਵਿੱਚ ਰੈਵਨਿਊ ਮਾਲੀਆ ਇਕੱਠਾ ਹੁੰਦਾ ਸਰਕਾਰ ਨੂੰ ਇਸ ਤੋਂ? ਦੇਖੋ ਜੀ 3 ਤੋਂ 3.25 ਕਰੋੜ ਪੰਜਾਬ ਰੋਡਵੇਜ਼ ਦਾ ਤੇ 1.5 ਤੋਂ 2 ਕਰੋੜ PRTC ਦਾ ਜੋ ਆਪਣਾ ਹਰ ਰੋਜ਼ ਦਾ ਆਪਣਾ ਰੈਵਨਿਊ ਮਿਲਦਾ ਹੈ। ਯਾਨੀ 5 ਕਰੋੜ ਦੀ ਗੱਲ ਹੈ। 5 ਤੋਂ 6 ਕਰੋੜ ਦੀ ਆਪਣੀ ਰੋਜ਼ਾਨਾ ਕਮਾਈ ਹੈ ਪੰਜਾਬ ਰੋਡਵੇਜ਼ ਤੇ PRTC ਤੋਂ, ਜੋ ਕਿ ਇੱਕ ਨਗਦ ਕਮਾਈ ਵਾਲਾ ਮਹਿਕਮਾ ਹੈ, ਕੋਈ ਆਧਾਰ ਨਹੀਂ ਹੈ। ਲੋਕ ਨਗਦ ਪੈਸੇ ਦਿੰਦੇ ਆ, ਕਨੈਕਟਰ ਟਿਕਟ ਕੱਟਦਾ ਹੈ, ਤੇ ਨਗਦ ਕਮਾਈ ਵਾਲਾ ਮਹਿਕਮਾ ਹੈ। ਚਲੋ
ਹੁਣ ਤੁਹਾਨੂੰ ਦੱਸ ਜੁਲਾਈ ਮਹੀਨੇ ਤੁਸੀਂ ਇੱਕ ਸਟ੍ਰਾਈਕ ਕੀਤੀ ਸੀਗੀ 2 ਦਿਨਾਂ ਚੱਕਾ ਜਾਮ ਕੀਤਾ ਸੀ, ਉਦੋਂ ਤੁਹਾਡੀ ਸਰਕਾਰ ਦੇ ਕਿਸੇ ਅਹੁਦੇਦਾਰ ਨਾਲ ਗੱਲ ਹੋਈ ਜਾਂ ਕਿਸੇ ਮੰਤਰੀ ਕਿਸੇ ਨੁਮਾਇੰਦੇ ਨਾਲ ਗੱਲ ਹੋਈ ਸੀ? ਕੀ ਉਹਨੇ ਭਰੋਸਾ ਦਿੱਤਾ ਸੀ ਉਦੋਂ? ਮੰਗ ਅਸੀਂ ਕੀਤੀ ਸੀ, ਪਟਿਆਲੇ ਆਪਣੇ ਫੁਆਰਾ ਚੌਂਕ ਮੋਤੀ ਮਹਿਲ ਦਾ ਘਿਰਾਓ ਕਰਨ ਅਸੀਂ ਗਏ ਸੀ, ਉੱਥੇ ਸਾਨੂੰ ਡੀਸੀ ਸਾਹਿਬ ਨੇ ਮੰਗ ਪੱਤਰ ਦਿੱਤਾ ਸੀਗਾ ਸੀਐਮ ਦਾ, ਪਰ ਸੀਐਮ ਦੇ ਸਕੱਤਰ ਆਪਣੇ ਕੈਪਟਨ ਸੰਧੂ ਤੇ ਉਸ ਤੋਂ ਬਾਅਦ ਬ੍ਰਹਮ ਮਹਿੰਦਰਾ ਜਿਹੜੀ ਉਹ ਆਪਣੀ ਸਬ ਕਮੇਟੀ ਬਣੀ ਹੈ, ਉਹਨਾਂ ਨਾਲ ਸਾਡੀ ਪੰਜਾਬ ਭਵਨ ਦੇ ਵਿੱਚ ਮੀਟਿੰਗ ਹੋਈ ਸੀ। ਨਾਲ ਸਾਡੇ ਟਰਾਂਸਪੋਰਟ ਮੰਤਰੀ ਰਜੀਆ ਸੁਲਤਾਨਾ ਵੀ ਸ਼ਾਮਲ ਸੀ। ਉਹਨਾਂ ਨੇ ਵੀ ਸਮਝਿਆ ਕਿ ਮੰਗਾਂ ਜਾਇਜ਼ ਹੈ, ਕਿਉਂਕਿ ਵਰਕਰ 14 ਸਾਲਾਂ ਤੋਂ ਨਿਗੂਣੀਆਂ ਤਨਖਾਹਾਂ ਤੇ ਕੰਮ ਕਰ ਰਹੇ ਆ, ਤੇ ਸਾਨੂੰ ਪੂਰਨ ਭਰੋਸਾ ਦਵਾਇਆ। ਉਹਨਾਂ ਦੇ ਭਰੋਸੇ ਤੋਂ ਬਾਅਦ ਭਰੋਸਾ ਕੀ ਦਵਾਇਆ ਸੀ? ਭਰੋਸਾ ਦਵਾਇਆ ਸੀ ਕਿ ਜੋ ਪੰਜਾਬ ਦੇ ਜੋ ਮੁਲਾਜ਼ਮ ਹੈ, ਕੱਚੇ ਮੁਲਾਜ਼ਮ ਹੈ, ਉਹਨਾਂ ਵਾਸਤੇ ਇੱਕ ਐਕਟ ਬਣਾਇਆ ਜਾਵੇਗਾ ਜਿਹਦੇ ਵਿੱਚ ਕੰਟਰੈਕਟ ਵਰਕਰਾਂ ਨੂੰ ਰੈਗੂਲਰ ਕੀਤਾ ਜਾਵੇਗਾ, ਤੇ ਜਿਹੜੇ ਆਊਟਸੋਰਸ ਵਾਲੇ ਵਰਕਰ ਹੈ ਉਹਨਾਂ ਨੂੰ ਕੰਟਰੈਕਟ ਦੇ ਮਹਿਕਮੇ ਵਿੱਚ ਲਿਆ ਜਾਵੇਗਾ। ਅੱਛਾ, ਯਾਨੀ ਕਹਿਣ ਦਾ ਮਤਲਬ ਜਿਹੜੇ ਸਿੱਧੇ ਕੰਟਰੈਕਟ 'ਚ ਨੇ ਉਹਨਾਂ ਨੂੰ ਰੈਗੂਲਰ ਕੀਤਾ ਜਾਊਗਾ, ਜਿਹੜੇ ਆਊਟਸੋਰਸ ਥਰੂ ਉਹਨਾਂ ਦੇ ਸਿੱਧੇ ਕੰਟਰੈਕਟ 'ਚ ਲਿਆ ਜਾਏਗਾ, ਸਿੱਧਾ ਕੰਟਰੈਕਟ ਮਹਿਕਮੇ ਦੇ ਵਿੱਚ ਲਿਆ ਜਾਊਗਾ। ਸਮਝ ਗਿਆ ਤੁਹਾਡੀ ਗੱਲ। ਅੱਛਾ, ਫਿਰ ਉਹ ਸਮਾਂ ਕੀ ਦਿੱਤਾ ਸੀ, ਕਿੰਨੇ ਸਮੇਂ 'ਚ ਹੋਏਗਾ ਇਹ? ਸਮਾਂ ਸਾਨੂੰ ਦਿੱਤਾ ਸੀ 1 ਮਹੀਨੇ ਦਾ, 1 ਮਹੀਨੇ ਦਾ ਸਮਾਂ ਦਿੱਤਾ ਸੀ ਕਿ ਸਪੈਸ਼ਲ ਇਜਲਾਸ ਬੁਲਾ ਕੇ ਵਿਧਾਨ ਸਭਾ ਦਾ ਸਪੈਸ਼ਲ ਇਜਲਾਸ ਤਾਂ ਹੋ ਗਿਆ, ਇੱਕ ਸਾਰਾ ਇਜਲਾਸ ਹੋ ਗਿਆ ਤੇ ਹਾਂਜੀ ਇਜਲਾਸ ਹੋ ਗਿਆ। ਇਜਲਾਸ ਵਿੱਚ ਵੀ ਇਸੇ ਕਰਕੇ ਸਾਨੂੰ ਮਜਬੂਰ ਹੋ ਕੇ ਅਣਮਿੱਥੇ ਸਮੇਂ ਦੀ ਹੜਤਾਲ ਕਰਨੀ ਪਈ, ਜਦ ਇਜਲਾਸ ਵਿੱਚ ਵੀ ਕੁਝ ਨਹੀਂ ਨਿਕਲਿਆ ਸਾਡੇ ਲਈ, ਤੇ ਹੁਣ ਫਿਰ ਸਾਨੂੰ ਤੇ ਦੁਬਾਰਾ ਕਿਹਾ ਗਿਆ ਕਿ ਆਉਣ ਵਾਲੇ 15 ਦਿਨਾਂ ਵਿੱਚ ਵਿਧਾਨ ਸਭਾ ਦਾ ਇਜਲਾਸ ਬੁਲਾਇਆ ਜਾਵੇਗਾ, ਜਿਸ ਵਿੱਚ ਇੱਕ ਕੋਈ ਮੁਲਾਜ਼ਮਾਂ ਪ੍ਰਤੀ ਜੋ ਐਕਟ ਨਵਾਂ ਬਣਾਇਆ ਜਾਵੇਗਾ। ਤੇ ਮੈਂ ਤੁਹਾਨੂੰ ਇੱਕ ਗੱਲ ਹੋਰ ਚਾਨਣਾ ਪਾਉਣਾ ਚਾਹੁੰਦਾ ਕਿ ਪਹਿਲਾਂ 2016 ਵਿੱਚ 23 ਨਵੰਬਰ 2016 ਨੂੰ ਆਪਣੇ ਪ੍ਰਕਾਸ਼ ਸਿੰਘ ਬਾਦਲ ਸੀਐਮ ਸੀ ਪੰਜਾਬ ਦੇ, ਉਹਨਾਂ ਨੇ ਇੱਕ ਨਵਾਂ ਐਕਟ ਬਣਾਇਆ ਸੀ ਜਿਹਨੂੰ ਪੰਜਾਬ ਵੈਲਫੇਅਰ ਐਕਟ ਕਹਿੰਦੇ ਆ। ਉਸ ਵਿੱਚ ਸੀਗਾ ਕਿ 3 ਸਾਲ ਜਿਹੜੇ ਵਰਕਰ ਨੂੰ ਮਹਿਕਮੇ ਵਿੱਚ ਕੰਮ ਕਰਦੇ, ਕੰਟਰੈਕਟ ਦੇ ਭਰਤੀ ਮਹਿਕਮੇ 'ਚ ਕੰਮ ਕਰ ਰਿਹਾ, ਉਹਨੂੰ ਉਹ ਰੈਗੂਲਰ ਹੋਏਗਾ, ਤੇ ਜਿਹੜੇ ਆਊਟਸੋਰਸ ਕੰਮ ਕਰ ਰਹੇ ਆ ਉਹ ਕਿਸੇ ਵੀ ਤਰ੍ਹਾਂ ਭਰਤੀ ਹੈ, ਐਡਹਾਕ ਕੰਟਰੈਕਟ ਵਰਕ ਚਾਰਜ ਜਿੱਦਾਂ ਵੀ ਭਰਤੀ ਹੈ, ਉਹਨਾਂ ਨੂੰ ਮਹਿਕਮੇ ਵਿੱਚ ਲਿਆ ਜਾਊਗਾ। ਤੇ ਜਦੋਂ ਇਹ ਸਰਕਾਰ ਆਈ ਹੈ, ਇਸ ਸਰਕਾਰ ਨੇ ਉਹ ਐਕਟ ਵੀ ਨਹੀਂ ਅਪਣਾਇਆ। ਅਗਰ ਇਹ ਐਕਟ ਅਪਣਾਉਂਦੀ ਹੈ ਸਰਕਾਰ, ਫਿਰ ਵੀ ਅਸੀਂ ਧੱਕੇ ਹੁੰਦੇ ਹਾਂ। ਯਾਨੀ ਕਿ ਕਹਿਣ ਦਾ ਮਤਲਬ ਹੈ ਜੇ ਉਹ ਪੁਰਾਣੀ ਨੀਤੀ ਜੋ ਬਣਾਈ ਸੀ ਪਿਛਲੀ ਸਰਕਾਰ ਦੀ, ਜੇ ਉਹ ਇਹ ਸਵੀਕਾਰ ਕਰ ਲੈਂਦੇ ਜਾਂ ਅਪਣਾ ਲੈਂਦੀ ਹੈ ਤਾਂ ਫਿਰ ਤੁਸੀਂ ਇਹ 'ਚ ਪੱਕੇ ਹੋ ਜਾਓਗੇ? ਬਿਲਕੁਲ ਸਰ। ਤੇ ਤੁਸੀਂ ਮੰਨਦੇ ਹੋ ਕਿ ਉਹ ਅਕਾਲੀ ਸਰਕਾਰ ਸੀ, ਕਾਂਗਰਸ ਸਰਕਾਰ ਆ, ਕਿਤੇ ਸਰਕਾਰ ਨੀਤੀ ਬਣਾਉਣ ਦੀ ਇੱਕ ਸਰਕਾਰ ਦੀ ਨੀਤੀ ਦੂਸਰੀ ਸਰਕਾਰ ਲੈਂਦੀ ਨਹੀਂ ਗੀ, ਇਸ ਦਾ ਖਮਿਆਜਾ ਯਾਨੀ ਮੁਲਾਜ਼ਮਾਂ ਨੂੰ ਭੁਗਤਣਾ ਪੈਂਦਾ? ਬਿਲਕੁਲ ਸਹੀ ਗੱਲ ਹੈ ਜੀ, ਤਾਂ ਖਮਿਆਜਾ ਮੁਲਾਜ਼ਮਾਂ ਨੂੰ ਹੀ ਭੁਗਤਣਾ ਪੈਂਦਾ ਹੈ, ਕਿਉਂਕਿ ਜੋ ਆਪਣੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸੀ ਉਸ ਟਾਈਮ 2016 'ਚ, ਉਹਨਾਂ ਨੇ ਵੀ ਐਨ ਜਾਣ ਵੇਲੇ ਜਦੋਂ ਸਰਕਾਰ ਇਲੈਕਸ਼ਨ ਦਾ ਟਾਈਮ ਸੀਗਾ ਉਦੋਂ ਜਾਣ ਵੇਲੇ ਐਕਟ ਬਣਾਇਆ ਸੀ। ਕੀ ਗੱਲ ਹੈ, 10 ਸਾਲ ਰਾਜ ਕੀਤਾ, ਉਹ ਐਕਟ ਪਹਿਲਾਂ ਵੀ ਬਣਾ ਸਕਦੇ ਸੀ ਉਹਨਾਂ ਨੇ। ਹੁਣ ਵੀ ਜੇ ਮੈਂ ਤੁਹਾਡੀ ਗੱਲ ਦੇ ਵਿੱਚ ਐਡ ਕਰਦਾ, ਹੁਣ ਵੀ 4.5 ਸਾਲ ਦੇ ਕਰੀਬ ਹੋ ਗਏ, ਹੁਣ ਵੀ ਸਰਕਾਰ ਜਾਣ ਵਾਲੀ ਹੈ। ਕੋਈ ਪੱਕਾ ਭਰੋਸਾ ਥੋੜੀ ਹੈ ਕਿ ਜੋ ਹਾਲਾਤ ਨੇ ਕਿ ਅਗਲੀ ਵਾਰੀ ਕਾਂਗਰਸ ਸਰਕਾਰ ਹੀ ਆਊਗੀ, ਫਿਰ ਥੋੜੀ ਨੀਤੀ ਕਿਤੇ ਨਾ ਰਹਿ ਜੇ। ਬਿਲਕੁਲ ਸਰ, ਕਿਉਂਕਿ ਇਹ ਮੈਂ ਤੁਹਾਨੂੰ ਦੱਸਣੀ ਚਾਹੁੰਦਾ ਗੱਲ, ਜੋ ਮੁੱਖ ਮੰਤਰੀ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਮੁੱਕਰ ਗਿਆ, ਤੇ ਉਸ ਤੋਂ ਬਾਅਦ ਸਾਡੇ ਕੋਲ ਬਕਾਇਦਾ ਰਿਕਾਰਡ ਹੈ ਕਿ ਜਦੋਂ ਇਲੈਕਸ਼ਨ ਦਾ ਟਾਈਮ ਸੀ, ਮੰਗ ਪੱਤਰ ਵਿੱਚ ਪਹਿਲੀ ਮੰਗ ਕੈਪਟਨ ਦੀ ਮੇਰੇ ਕੋਲ ਕਟਿੰਗ ਵੀ ਹੈ, ਉਹਨਾਂ ਇਹ ਕਹੀ ਸੀ ਕਿ ਮੈਂ ਜਿੱਦਾਂ ਵੀ ਮੁਲਾਜ਼ਮ ਕੱਚੇ ਭਰਤੀਆਂ, ਕੰਟਰੈਕਟ ਤੇ ਹੈ, ਵਰਕ ਚਾਰਟ ਹੈ, ਡੇਲੀ ਵੇਜਸ ਹੈ, ਜਿੱਦਾਂ ਵੀ ਭਰਤੀ ਹੈ, ਐਡਹਾਕ ਤੇ ਹੈ, ਉਹ ਸਾਰੇ ਮੈਂ ਪਹਿਲੀ ਕੈਬਨਿਟ ਦੀ ਮੀਟਿੰਗ ਬੁਲਾ ਕੇ ਰੈਗੂਲਰ ਕਰਾਂਗਾ। ਤੇ ਉਹ ਵਾਅਦਾ ਵੀ ਇਹਨਾਂ ਕੈਪਟਨ ਅਮਰਿੰਦਰ ਨੇ ਹੁਣ ਤੱਕ ਪੂਰਾ ਨਹੀਂ ਕੀਤਾ, ਜਿਸ ਦੇ ਵਿੱਚ ਪੰਜਾਬ ਦੀ ਜਨਤਾ ਨੂੰ ਪਰੇਸ਼ਾਨੀ ਹੋ ਰਹੀ ਹੈ। ਅੱਜ ਤੁਸੀਂ ਦੇਖ ਲਓ, ਹਰੇਕ ਵਰਗ, ਕੋਈ ਵਰਗ ਖੁਸ਼ ਨਹੀਂ ਹੈ, ਹਰੇਕ ਵਰਗ ਸੰਘਰਸ਼ ਕਰ ਰਿਹਾ, ਸੜਕਾਂ ਦੇ ਉਤਰੇ ਨੇ, ਚਾਹੇ ਉਹ ਕਿਸਾਨ ਹੈ, ਚਾਹੇ ਉਹ ਮੁਲਾਜ਼ਮ ਹੈ, ਆਂਗਣਵਾੜੀ ਵਰਕਰ ਹੈ। ਕਹਿਣ ਦਾ ਮਤਲਬ ਹੈ ਕਿ ਸਾਰੇ ਮੁਲਾਜ਼ਮ ਵਰਗ ਨੇ, ਜਿੰਨੇ ਵੀ ਵਰਗ ਨੇਗੇ, ਉਹ ਇਹਨਾਂ ਦੇ ਜਿਹੜੇ ਇਸ ਸਰਕਾਰ ਵੱਲੋਂ ਕੀਤੇ ਗਏ ਵਾਅਦਾ ਖਿਲਾਫੀਆਂ ਦੇ ਕਾਰਨ ਸੜਕਾਂ ਤੇ ਨੇ। ਹੁਣ ਇੱਕ ਗੱਲ ਇਹ ਸੀ ਕਿ ਕਾਂਗਰਸ ਹਾਈ ਕਮਾਂਡ ਨੇ ਇਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਨਵਜੋਤ ਸਿੰਘ ਸਿੱਧੂ ਨੂੰ ਉਤਾਰਿਆ, ਪ੍ਰਧਾਨਗੀ ਦਿੱਤੀ ਹੈ। ਕੀ ਤੁਸੀਂ ਆਪਦੀ ਮੰਗ ਸਿੱਧੂ ਸਾਹਿਬ ਕੋਲ ਕਦੇ ਰੱਖੀ? ਸਿੱਧੂ ਸਾਹਿਬ ਕੋਲ ਸਰ ਪਿਛਲੇ ਗੇੜੀ ਸਿੱਧੂ ਸਾਹਿਬ ਨੂੰ ਪ੍ਰਧਾਨ ਨੂੰ 18 ਨੂੰ ਕਾਤੀ ਇੱਕ ਪ੍ਰੋਗਰਾਮ ਵੀ ਦਿੱਤਾ ਹੈ ਸਿੱਧੂ ਸਾਹਿਬ ਨੇ, ਜੋ ਕਾਂਗਰਸ ਸਰਕਾਰ ਨੂੰ। ਉਹਦੇ ਵਿੱਚ ਵੀ ਮੰਗ ਇਹੀ ਹੈ ਕਿ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ, ਕਿਸਾਨੀ ਕਰਜ਼ੇ ਮਾਫ ਕੀਤੇ ਜਾਣ। ਉਹ 18 ਨੂੰ ਕਾਤੀ ਪ੍ਰੋਗਰਾਮ ਤੇ ਵੀ ਕੁਝ ਨਹੀਂ ਹੋ ਰਿਹਾ ਕੋਈ। ਅਤੇ ਨਵਜੋਤ ਸਿੰਘ ਸਿੱਧੂ ਜਦੋਂ ਪ੍ਰਧਾਨ ਬਣੇ ਨੇ, ਉਦੋਂ ਸਾਨੂੰ ਵੀ ਉਮੀਦ ਸੀ। ਸਾਡਾ ਇੱਕ ਆਪਣਾ ਨਵਜੋਤ ਸਿੰਘ ਸਿੱਧੂ ਦੀ ਮੋਗਾ ਫੇਰੀ ਦੌਰਾਨ ਇੱਕ ਸਾਡਾ ਕੰਡਕਟਰ ਮੋਗੇ ਡਿਪੂ ਦਾ, ਉਹ ਵੀ ਆਪਣੀ ਗੱਡੀ ਦਾ ਐਕਸੀਡੈਂਟ ਹੋ ਗਿਆ ਸੀਗਾ, ਉਹਨਾਂ ਦੇ ਪ੍ਰੋਗਰਾਮ ਵਿੱਚ ਜਾਂਦੇ ਹੋਏ ਕੁਝ ਮਾਰ ਗਈ ਸੀ ਗੱਡੀ। ਤੇ ਉਹ ਤੋਂ ਬਾਅਦ ਹੋਇਆ ਸੀ ਘਟਨਾ, ਤੇ ਸਿੱਧੂ ਸਾਹਿਬ ਹਾਲ ਚਾਲ ਪੁੱਛਣ ਵਾਸਤੇ ਹਸਪੀਟਲ ਗਏ ਸੀ ਮੋਗਾ, ਤੇ ਉਸ ਵਰਕਰ ਨੂੰ ਇਹ ਭਰੋਸਾ ਉਹਨਾਂ ਦੱਸਿਆ ਕਿ ਵੀ ਤੁਸੀਂ ਇਹ ਜੋ ਹੈ ਪ੍ਰੋਗਰਾਮ, ਮਤਲਬ ਜੋ ਕੱਚੇ ਮੁਲਾਜ਼ਮ ਹੈ ਇਹਨਾਂ ਨੂੰ ਮੈਂ ਪੱਕੇ ਕਰਾਂਗਾ, ਸਿੱਧੂ ਸਾਹਿਬ ਨੇ ਕਿਹਾ ਸੀ। ਤੇ ਉਸ ਮੁਲਾਜ਼ਮ ਨੇ ਕਿਹਾ ਸੀ ਕਿ ਤੁਸੀਂ ਮੇਰਾ ਹਾਲ ਚਾਲ ਪੁੱਛਣ ਨਾ ਹੀ ਆਓ, ਕਿਉਂਕਿ ਅਸੀਂ ਤਾਂ ਇਹ ਤੋਂ ਵਧੀਆ ਤਾਂ ਮੈਂ ਮਰ ਹੀ ਜਾਂਦਾ। ਕਿਉਂਕਿ 8 ਤੋਂ 10,000 ਵਿੱਚ, ਤੇ ਸਿੱਧੂ ਸਾਹਿਬ ਨੇ ਉਸ ਟਾਈਮ ਭਰੋਸਾ ਵੀ ਦਵਾਇਆ ਕਿ ਮੈਂ ਆਉਣ ਵਾਲੀ ਵਿਧਾਨ ਸਭਾ ਇਜਲਾਸ ਦੇ ਵਿੱਚ
ਪਹਿਲੀ ਮੰਗ ਮੇਰੀ ਇਹੀ ਹੋਏਗੀ ਕਿ ਜਿਹੜੇ ਕੱਚੇ ਮੁਲਾਜ਼ਮ ਹੈ ਉਹਨਾਂ ਨੂੰ ਪੱਕਾ ਕੀਤਾ ਜਾਵੇ। ਹੁਣ ਤੁਸੀਂ ਵੀ ਜਾਣਦੇ ਹੋ 2007 ਤੇ 14 ਸਾਲ ਹੋ ਚੁੱਕੇ ਨੇ, 7 ਤੋਂ ਭਰਤੀ ਹੈ, 7 ਵਾਲੀ ਭਰਤੀ ਵੀ ਇਸ਼ਤਿਹਾਰ ਦੁਆਰਾ ਹੋਈ ਸੀ। ਚਲੋ ਕਹਿਣ ਦਾ ਮਤਲਬ ਇਹ ਹੈ ਕਿ ਤੁਹਾਨੂੰ 14 ਸਾਲ ਤਾਂ ਭਰਤੀ ਹੋਇਆਂ ਨੂੰ ਹੋ ਗਏ ਨੇ। ਗੱਲ ਤਾਂ ਇਹ ਹੈ ਜਿਹੜਾ ਉਹ ਇਹਨਾਂ ਦਾ ਤਾਜਪੋਸ਼ੀ ਤਾਂ ਮੈਂ ਨਹੀਂ ਕਹੂੰਗਾ, ਜਦੋਂ ਇਹਨਾਂ ਨੇ ਅਹੁਦਾ ਸੰਭਾਲਣਾ ਸੀ, ਜਦੋਂ ਉਸ ਫੰਕਸ਼ਨ 'ਚ ਆ ਰਹੇ ਸੀਗੇ ਉਦੋਂ ਇੱਕ ਬੱਸ ਦਾ ਇੱਕ ਹਾਦਸਾ ਹੋਇਆ ਸੀ। ਉਦੋਂ ਇੱਕ ਤੁਹਾਡੇ ਵਰਕਰ ਦੀ ਯਾਨੀ ਕਿ ਤੁਸੀਂ ਕਹਿੰਦੇ ਕਿ ਹਾਦਸੇ ਇੰਜਰੀ ਹੋਈ ਸੀ, ਹਾਂਜੀ ਹੋ ਗਿਆ ਸੀਗਾ। ਜਦੋਂ ਪਤਾ ਲੈਣ ਗਏ ਸੀ ਉਦੋਂ ਉਹਨਾਂ ਨੇ ਕਿਹਾ ਸੀਗਾ ਵੀ ਮੈਨੂੰ ਪਤਾ ਤੁਸੀਂ ਨਾ ਹੀ ਲਓ, ਇਹ ਮੰਗ ਪੂਰੀ ਕਰੋ। ਉਦੋਂ ਉਹਨਾਂ ਨੇ ਕਿਹਾ ਸੀ ਤਾਂ ਫਿਰ ਹੁਣ ਕੈਬਨਿਟ ਦੇ ਵਿੱਚ ਆ ਸਕਦਾ ਸੀ। ਉਸ ਤੋਂ ਬਾਅਦ ਇੱਕ ਮੇਰੇ ਖਿਆਲ 'ਚ ਇੱਕ ਹੋਰ ਵੀ ਸੀਗਾ, ਇੱਕ 5 ਨੁਕਾਤੀ ਏਜੰਡਾ 18ਵਾਂ ਨੁਕਾਤੀ ਏਜੰਡੇ 'ਚੋਂ ਕੱਢਿਆ ਗਿਆ ਸੀ, ਜਿਸ 'ਚ ਗੱਲ ਕੀਤੀ ਗਈ ਸੀ ਕਿ ਟਰਾਂਸਪੋਰਟ ਮਾਫੀਆ ਨੂੰ ਕਵਰ ਕਰਨਾ ਹੈ, ਕਿਉਂਕਿ ਵੱਡੇ ਮਾਲੀਏ ਤੇ ਟਰਾਂਸਪੋਰਟ ਮਾਫੀ ਦਾ ਵੀ ਰਾਜ ਹੈ। ਉਹਦੇ ਵਿੱਚ 800 ਦੇ ਕਰੀਬ ਇੱਕ ਬੱਸਾਂ ਦੀ ਗੱਲ ਹੋਈ ਸੀਗੀ ਕਿ ਉਹਨਾਂ ਬਗੈਰ ਪਰਮਿਟ ਤੋਂ, ਵੈਸੇ ਸਿੱਧੂ ਸਾਹਿਬ ਵੈਸੇ ਹੀ ਔਨ ਰਿਕਾਰਡ ਬੋਲਦੇ ਹੁੰਦੇ, 3000 ਦੇ ਕਰੀਬ ਬੱਸਾਂ ਬਗੈਰ ਪਰਮਿਟ ਤੋਂ ਚੱਲਦੀਆਂ ਨੇ। ਤੁਸੀਂ ਵਿੱਚ ਕੰਮ ਕਰਦੇ ਹੋ, ਜਿਹੜੀ 800 ਬੱਸਾਂ ਦੀ ਸ਼ਨਾਖਤ ਹੋਈ ਸੀ ਉਹਨਾਂ 'ਤੇ ਕਾਰਵਾਈ ਹੋਈ ਹੈ ਕੋਈ? ਨਹੀਂ ਸਰ, ਉਹਨਾਂ 'ਤੇ ਕੋਈ ਕਾਰਵਾਈ ਨਹੀਂ ਹੋਈ, ਕਿਉਂਕਿ ਹੁਣ ਇਹ ਪ੍ਰਾਈਜ਼ ਮੈਂ ਤੁਹਾਨੂੰ ਸਮਝਾ ਦਿੰਦਾ ਕਿ ਇਹ ਪਰਮਿਟ ਕੀ ਹੈ, ਇਹ ਕਿਵੇਂ ਬੱਸਾਂ ਚੱਲਦੀਆਂ ਨੇ ਪ੍ਰਾਈਵੇਟ ਆਪਰੇਸ਼ਨ 'ਚ ਜੀ। ਹੁਣ ਤੁਸੀਂ ਦੱਸੋਗੇ ਆਪਣੇ 800 ਜਿਹੜੀ 60 ਬੱਸਾਂ ਦੀ ਸ਼ਨਾਖਤ ਕੀਤੀ ਸੀ ਜੋ ਵਿਦਆਊਟ ਪਰਮਿਟ ਹੈ। ਹੁਣ ਇੱਦਾਂ ਜਿੱਦਾਂ ਹੁਣ ਕੋਈ ਪ੍ਰਾਈਵੇਟ ਟਰਾਂਸਪੋਰਟ ਹੈ, ਔਰਬਿਟ ਹੈ, ਕਰਤਾਰ ਬੱਸ ਹੈ, ਪਿਆਰ ਬੱਸ ਹੈ, ਇਹ ਸਾਰੇ ਮੰਤਰੀਆਂ ਦੀ ਗੱਡੀਆਂ ਨੇ, ਜਿਹਦੇ ਵਿੱਚ ਅਕਾਲੀ ਤੇ ਕਾਂਗਰਸ ਸਾਰੇ ਹੀ ਲੀਡਰ ਸਾਹਿਬਾਨਾਂ ਦੀ ਬੱਸਾਂ ਨੇ। ਤੇ ਉਹਦੇ ਵਿੱਚ ਹੈ ਕਿ ਜਿਵੇਂ ਕਰਤਾਰ ਬੱਸ ਹੈ ਜਾਂ ਕੋਈ ਔਰਬਿਟ ਹੈ, ਲਿਬੜਾ, ਉਹਨਾਂ ਦਾ ਇੱਕ ਬੱਸ ਦਾ ਪਰਮਿਟ ਹੁੰਦਾ ਹੈ। ਇੱਕ ਬੱਸ ਨੂੰ 10 ਮਿੰਟ ਮਿਲਦੇ ਆ ਤਾਂ ਇੱਕੇ ਪਰਮਿਟ ਤੇ 3 ਬੱਸਾਂ ਰੂਟ ਤੇ ਚਲਾਉਂਦੇ ਆ, ਤੇ ਜਿਹਦੇ ਵਿੱਚ ਸਾਰੀ ਅਫਸਰਸ਼ਾਹੀ ਵੀ ਸ਼ਾਮਲ ਹੈ, ਸਭ ਨੂੰ ਪਤਾ ਹੁੰਦਾ ਹੈ। ਤੇ ਹੁਣ ਤੱਕ ਕਿਸੇ ਵੀ ਮਤਲਬ ਅਧਿਕਾਰੀ ਨੇ ਕੋਈ ਕਾਰਵਾਈ ਨਹੀਂ ਕੀਤੀ। ਸਿੱਧੂ ਸਾਹਿਬ ਨੇ ਜ਼ਰੂਰ ਦੱਸਿਆ ਤੇ ਜ਼ਰੂਰ ਕਹਿੰਦੇ ਸੀ ਕਿ ਪ੍ਰਾਈਵੇਟ ਮੈਂ ਜੋ ਟਰਾਂਸਪੋਰਟਰ ਹੈ ਜੋ ਵਿਦਆਊਟ ਪਰਮਿਟ ਗੱਡੀਆਂ ਚੱਲ ਰਹੀਆਂ ਉਹਨਾਂ ਤੇ ਨੱਥ ਪਾਣੀ ਹੈ, ਪਰ ਇਹੋ ਜਿਹਾ ਕੁਝ ਨਹੀਂ ਹਾਲੇ ਤੱਕ ਹੋਇਆ, ਦੇਖਣ ਵਿੱਚ ਕੁਝ ਨਹੀਂ ਆਇਆ। ਫਿਰ ਤੁਹਾਨੂੰ ਕੀ ਲੱਗਦਾ ਵੀ ਦੋਨੇ ਸਰਕਾਰਾਂ ਮਿਲੀਆਂ ਹੋਈਆਂ ਕਿ ਸਰਕਾਰਾਂ ਦੇ ਮੰਤਰੀ ਮਿਲੇ ਹੋਏ ਨੇ? ਦੇਖਣ ਵਿੱਚ ਤਾਂ ਐਵੇਂ ਲੱਗਦਾ ਹੈ ਕਿ ਸਰਕਾਰਾਂ ਵੀ ਮਿਲੀਆਂ ਹੋਈਆਂ, ਮੰਤਰੀ ਮਿਲੇ ਹੋਈਆਂ, ਕਿਉਂਕਿ ਮੰਤਰੀ ਵੀ ਸਰਕਾਰੀ ਹੁੰਦੇ ਆ। ਵੀ ਹੱਲ ਹੋਣਾ ਤੁਹਾਨੂੰ ਲੱਗਦਾ ਨਹੀਂ ਵੀ ਹੋਊਗਾ ਹੱਲ ਕੋਈ? ਸਰ ਅਸੀਂ ਸੰਘਰਸ਼ ਕਰ ਰਹੇ ਹਾਂ ਤੇ ਹੁਣ ਮੈਂ ਕੈਪਟਨ ਸਰਕਾਰ ਨੂੰ ਇੱਕ ਇਹ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਅਗਰ ਤੁਸੀਂ ਸਾਨੂੰ ਰੈਗੂਲਰ ਕਰਦੇ ਆ, ਹੁਣ ਇੱਕ ਡਰਾਈਵਰ ਜਾਂ ਕੰਡਕਟਰ ਜਾਂ ਕੋਈ ਆਪਣਾ ਵਰਕਸ਼ਾਪ ਵਾਲਾ ਉਹਨੂੰ ਰੈਗੂਲਰ ਕਰਦੇ ਆ ਤਾਂ ਉਹਦੇ ਨਾਲ ਪੂਰਾ ਪਰਿਵਾਰ ਜੁੜਿਆ ਹੁੰਦਾ ਉਹਦਾ। ਜਿਵੇਂ ਮੈਨੂੰ ਰੈਗੂਲਰ ਕਰਦੇ, ਮੇਰਾ ਪਿਓ ਹੈ, ਮੇਰੀ ਮਾਂ ਹੈ, ਮੇਰੀ ਆਪਣੀ ਵਾਈਫ ਹੈ, ਮੇਰੀ ਸਿਸਟਰ ਹੈ, ਸਾਡਾ ਪਰਿਵਾਰ ਹੈ। ਚਲੋ ਕਹਿਣ ਦਾ ਮਤਲਬ ਤੁਸੀਂ 10,000 ਮੁਲਾਜ਼ਮਾਂ ਦੀ ਗੱਲ ਕਰਦੇ ਹੋ, ਉਹਦੇ ਨਾਲ 4% ਨਾਲ ਜੁੜੇ ਹੋਏ ਆ, 40,000 ਦੀ ਗੱਲ ਹੋ ਗਈ। 40,000। ਤੁਸੀਂ ਹੁਣ ਇਹ ਦੱਸੋ ਵੀ ਜਿਹੜੀ ਇਹ ਡਿਪਾਰਟਮੈਂਟ ਦੇ ਹਿਸਾਬ ਨਾਲ ਪੋਸਟਾਂ ਇੱਕ ਪ੍ਰਮਾਣਿਤ ਹੁੰਦੀਆਂ ਨੇ ਵੀ ਇੰਨੀਆਂ ਪੋਸਟਾਂ ਸਾਨੂੰ ਪੱਕੀਆਂ ਚਾਹੀਦੀਆਂ ਨੇ, ਉਹ ਤੁਸੀਂ ਦਰਸ਼ਕਾਂ ਕੋਲੇ ਖੁਲਾਸਾ ਕਰੋ ਵੀ ਤੁਹਾਡੇ ਇਹ ਕਿੰਨੇ ਜਿਹੜੇ ਵੱਖ-ਵੱਖ ਵਿਭਾਗ ਨੇ ਜਿਹੜੇ ਤੁਸੀਂ ਅਹੁਦਿਆਂ ਦੀ ਜਿਹੜੇ ਆਪਣੇ ਅਸਾਮੀਆਂ ਦੀ ਪੱਕੇ ਹੋਣ ਦੀ ਗੱਲ ਕਰਦੇ ਹੋ, ਉਹ ਕਿੰਨੀਆਂ ਨੇ, ਕਿੰਨੀਆਂ ਪ੍ਰਮਾਣਿਤ ਨੇ, ਤੇ ਜੇ ਉਹ ਰੈਗੂਲਰ ਤੁਸੀਂ ਹੋ ਜਾਂਦੇ ਹੋ ਫਿਰ ਫਿਲ ਹੋਣਗੀਆਂ, ਇਹ ਥੋੜਾ ਜਿਹਾ ਦਰਸ਼ਕਾਂ ਸਾਹਮਣੇ ਕਲੀਅਰ ਕਰੋ। ਪੰਜਾਬ ਰੋਡਵੇਜ਼ ਵਿੱਚ ਇਸ ਸਮੇਂ 8500 ਤੋਂ 9000 ਪ੍ਰਮਾਣਿਤ ਅਸਾਮੀਆਂ ਨੇ ਜੀ, ਜਿਹਦੇ ਵਿੱਚ ਡਰਾਈਵਰ, ਕੰਡਕਟਰ, ਵਰਕਸ਼ਾਪ ਮਕੈਨਿਕ, ਕਲੈਰੀਕਲ ਸਟਾਫ, ਸਟੈਨੋ, ਇਹ ਵੱਖ-ਵੱਖ ਕੈਟਾਗਰੀਆਂ ਆਉਂਦੀਆਂ ਨੇ। ਤੁਹਾਡੀ ਕੈਟਾਗਰੀ ਵਿੱਚ ਕਿੰਨੀਆਂ ਆਉਂਦੀਆਂ ਨੇ? ਸਾਡੀ ਕੈਟਾਗਰੀ ਵਿੱਚ 7500 ਤੋਂ 8000 ਦੇ ਵਿੱਚ ਅਸੀਂ ਡਰਾਈਵਰ ਕੰਡਕਟਰ ਜਿਹੜੇ ਆਉਂਦੇ ਨੇ ਜੀ। ਹੁਣ ਕਿੰਨੇ ਨੇ ਰੈਗੂਲਰ? ਇਸ ਟਾਈਮ ਸਾਡੇ ਜੋ ਰੈਗੂਲਰ ਸਟਾਫ ਹੈ ਉਹਦੀ ਗਿਣਤੀ 440 ਦੇ ਕਰੀਬ ਹੈ ਜੀ, ਜੋ ਰੈਗੂਲਰ ਬੱਚੇ ਨੇ। ਉਹ ਜਿਹੜੇ 2023 ਵਿੱਚ ਰਿਟਾਇਰ ਹੋ ਜਾਣੇ ਨੇ, ਉਸ ਤੋਂ ਬਾਅਦ ਮਹਿਕਮਾ ਖਾਲੀ ਹੈ, ਰੈਗੂਲਰ ਪੋਸਟ ਕੋਈ ਨਹੀਂ ਹੈ। ਰੈਗੂਲਰ ਪੋਸਟ ਕੋਈ ਨਹੀਂ, ਯਾਨੀ ਕਿ ਸਰਕਾਰ ਦੀ ਲੋੜ ਵੀ ਹੈ ਪਰ ਉਹ ਲੋੜ ਨੂੰ ਪੂਰਾ ਨਹੀਂ ਕਰਦੀ। ਬਿਲਕੁਲ ਸਰ, ਸਰਕਾਰ ਦੀ ਲੋੜ ਵੀ, ਜਦੋਂ ਵਰਕਰ ਇੱਕ ਪੱਕਾ ਹੋਏਗਾ ਤਾਂ ਸਹੂਲਤ ਵੀ ਵੱਧ ਮਿਲੇਗੀ, ਕੰਮ ਵੀ ਦਿਲ ਲਾ ਕੇ ਕਰੇਗਾ, ਪਰਿਵਾਰ ਦਾ ਪਾਲਣ ਪੋਸ਼ਣ ਵੀ ਕਰੇਗਾ ਤੇ ਬੁਨਿਆਦੀ ਸਹੂਲਤਾਂ ਵੀ ਜਿਹੜੀਆਂ ਆਪਾਂ ਪੂਰੀਆਂ ਕਰ ਸਕਦੇ ਹਾਂ ਪਰਿਵਾਰ। ਇਹ ਤਾਂ ਤੁਹਾਡੀ ਪਰਿਵਾਰਕ ਮਸਲੇ ਨਾਲ ਜੁੜੇ ਹੋਏ ਰੋਜ਼ਗਾਰ ਦੇ। ਤੁਸੀਂ ਇਹ ਦੱਸੋ ਵੀ ਜਿਵੇਂ ਰੋਡਵੇਜ਼ ਹੈ, ਪੀਆਰਟੀਸੀ ਹੈ, ਪਨਬੱਸ ਹੈ, ਇਹ ਕੀ ਅਲੱਗ-ਅਲੱਗ ਵੱਖਰੇਵਾਂ ਕੀ ਇਹਨਾਂ 'ਚ? ਵੱਖਰੇਵਾਂ ਪੀਆਰਟੀਸੀ ਕਿੰਨੀਆਂ ਬੱਸਾਂ ਅਲੱਗ-ਅਲੱਗ ਹੈਗੀਆਂ ਨੇ ਇਹਨਾਂ 'ਚ? ਪੀਆਰਟੀਸੀ ਹੈ ਕਾਰਪੋਰੇਸ਼ਨ ਹੈ, ਉਹਨਾਂ ਦਾ 1200 ਦਾ ਫਲੀਟ ਹੈ, ਜੋ ਕਿ ਪੀਆਰਟੀਸੀ ਦੇ ਟੋਟਲ। ਫਲੀਟ ਕਲੀਅਰ ਕਰੋ, ਫਲੀਟ ਕੀ ਹੁੰਦਾ ਦਰਸ਼ਕਾਂ ਨੂੰ? ਫਲੀਟ ਇਹ ਬੱਸਾਂ ਦੀ ਗਿਣਤੀ, ਪਰਮਿਟ ਬੱਸਾਂ ਦੀ ਗਿਣਤੀ, ਉਹਨੂੰ ਫਲੀਟ ਕਹਿੰਦੇ ਆ। ਠੀਕ ਹੈ। ਤੇ 1200 ਦੇ ਕਰੀਬ ਪੀਆਰਟੀਸੀ ਦੇ ਵਿੱਚ ਬੱਸਾਂ ਨੇ, ਜੋ ਕਿ ਕਾਰਪੋਰੇਸ਼ਨ ਹੈ, ਮਾਲਵਾ ਏਰੀਆ ਇਹਨਾਂ ਨੂੰ ਮਿਲਿਆ ਹੋਇਆ। 9 ਡਿਪੋ ਪੀਆਰਟੀਸੀ ਦੇ ਨੇ, 18 ਡਿਪੋ ਪੰਜਾਬ ਰੋਡਵੇਜ਼ ਦੇ ਨੇ ਤੇ 2 ਸਬ ਡਿਪੋ ਹੈ ਜੀ, ਟੋਟਲ 20 ਹੋ ਗਏ। ਤੇ 2407 ਬੱਸ ਆਪਣੀ ਰੋਡਵੇਜ਼ ਦੀ ਹੈ ਤੇ 1200 ਬੱਸ ਆਪਣੀ ਪੀਆਰਟੀਸੀ ਜੋ ਕਿ ਕਾਰਪੋਰੇਸ਼ਨ ਹੈ। ਪੰਜਾਬ ਇਹੋ ਜਿਹੀ ਸਟੇਟ ਹੈ ਜਿੱਥੇ ਰੋਡਵੇਜ਼ ਵੀ ਹੈ ਤੇ ਕਾਰਪੋਰੇਸ਼ਨ ਵੀ ਹੈ ਜੀ। ਬਾਕੀ ਹੋਰ ਆਪਣੀ ਪੂਰੇ ਇੰਡੀਆ ਦੇ ਵਿੱਚ ਗੱਲ ਆਈਏ ਤਾਂ ਸਿਰਫ 2 ਰੋਡਵੇਜ਼ ਬਚੀਆਂ ਇਸ ਟਾਈਮ,
ਜਿਹਨੂੰ ਹੁਣ ਸਰਕਾਰ ਖਤਮ ਕਰਨ ਦੇ ਤੁਲੀ ਹੈ, ਪੰਜਾਬ ਰੋਡਵੇਜ਼ ਅਤੇ ਹਰਿਆਣਾ ਰੋਡਵੇਜ਼। ਬਾਕੀ ਜਿੰਨੇ ਵੀ ਪੰਜਾਬ ਦੇ ਜ਼ਿਲ੍ਹੇ ਆਪਣੀ ਸਟੇਟਾਂ ਨੇ ਸਾਰਿਆਂ ਵਿੱਚ ਕਾਰਪੋਰੇਸ਼ਨ ਹੈ। ਤੇ ਯਾਨੀ ਕਾਰਪੋਰੇਸ਼ਨ ਦਾ ਨੁਕਸਾਨ ਆ ਮੁਲਾਜ਼ਮਾਂ ਨੂੰ? ਕਾਰਪੋਰੇਸ਼ਨ ਦਾ ਸਿੱਧੇ ਸ਼ਬਦਾਂ ਵਿੱਚ ਕਹਿ ਲਈਏ ਕਿ ਉਹਨਾਂ ਨੇ ਜੋ ਕਾਰਪੋਰੇਸ਼ਨ ਹੁੰਦੀ ਹੈ ਉਹਨਾਂ ਨੇ ਆਪਣਾ ਕਮਾਣਾ ਆਪਣਾ ਖਾਣਾ, ਇਹ ਦੇਸੀ ਭਾਸ਼ਾ ਵਿੱਚ ਆਮ ਕਿਹਾ ਜਾਂਦਾ ਹੈ ਕਾਰਪੋਰੇਸ਼ਨ ਨੂੰ। ਜੋ ਆਪਣੀ ਜੋ ਰੋਡਵੇਜ਼ ਹੈ ਉਹ ਹੁੰਦਾ ਸਟੇਟ ਟਰਾਂਸਪੋਰਟ, ਉਹ ਜਾਨੀ ਸਿੱਧੀ ਸਰਕਾਰ ਦੇ ਅੰਦਰ ਸਿੱਧੀ ਸਰਕਾਰ ਦੇ ਅੰਡਰ ਆਉਂਦੀ ਹੈ। ਇਹ ਦੂਸਰੀ ਕਾਰਪੋਰੇਸ਼ਨ ਚਲੋ ਜਿਵੇਂ ਪੀਆਰਟੀਸੀ ਚਲਾਉਂਦੀ ਆਪ ਦਾ ਖਰਚਾ ਆਪ ਕਰਨਾ, ਆਪਣਾ ਉਹਨਾਂ ਦਾ ਐਮਡੀ ਨਾਲ। ਅੱਛਾ, ਤੇ ਹੁਣ ਤੁਸੀਂ ਕੀ ਤੁਹਾਡੀ ਮੰਗ ਕੀ ਹੈ ਸਿੱਧੀ? ਰੋਡਵੇਜ਼ 'ਚ ਜਾਣਾ, ਪੀਆਰਟੀਸੀ, ਕੀ ਇਹ ਤੁਹਾਡੀ ਮੰਗ ਨੂੰ ਕਲੀਅਰ ਕਰੋ ਦਰਸ਼ਕਾਂ। ਸਾਡੀ ਮੰਗ ਇਹ ਆ ਕਿ ਸਮੇਂ-ਸਮੇਂ ਤੇ ਇੱਕ ਪਨ ਬੱਸ ਇਹਨਾਂ ਨੇ ਬਣਾਈ ਸੀਗੀ, ਕਿਉਂਕਿ ਰੋਡਵੇਜ਼ ਨੂੰ ਘਾਟਾ ਦਿਖਾ ਕੇ ਕਿ ਰੋਡਵੇਜ਼ ਨੂੰ ਲੋਨ ਨਹੀਂ ਮਿਲਦਾ। ਰੋਡਵੇਜ਼ ਵਾਸਤੇ 92 ਤੋਂ ਬਾਅਦ ਦਰਬਾਰਾ ਸਿੰਘ ਸੀਐਮ ਤੋਂ ਬਾਅਦ ਇਹਨਾਂ ਨੇ ਕੋਈ ਬਜਟ ਨਹੀਂ ਰੱਖਿਆ ਜੀ। ਜਿਹੜੀਆਂ ਬੱਸਾਂ ਹੁਣ ਪੈਂਦੀਆਂ, ਜਿਹੜੀਆਂ ਸਰਕਾਰ ਹੁਣ ਵਾਹ-ਵਾਹੀ ਖੱਟਦੀ ਹੈ ਕਿ ਅਸੀਂ ਬੱਸਾਂ ਪਾਈਆਂ, ਇਹ ਬੱਸਾਂ ਸਰਕਾਰ ਨੇ ਨਹੀਂ ਪਾਈਆਂ, ਇਹ ਕੈਨਰਾ ਬੈਂਕ ਤੋਂ, ਮਹਾਰਾਸ਼ਟਰਾ ਬੈਂਕ ਤੋਂ ਜਾਂ ਵੱਖ-ਵੱਖ ਬੈਂਕਾਂ ਤੋਂ ਲੋਨ ਲੈ ਕੇ ਪਾਈਆਂ। ਜਦੋਂ ਇਹ ਬੱਸਾਂ ਦਾ ਲੋਨ ਕਲੀਅਰ ਹੋ ਜਾਂਦਾ ਹੈ, ਕਲੀਅਰਨੈਸ ਮਿਲ ਜਾਂਦੀ ਹੈ, ਉਦੋਂ ਇਹ ਬੱਸਾਂ ਨੂੰ, ਕੰਡਮ ਬੱਸਾਂ ਨੂੰ ਰੋਡਵੇਜ਼ ਵਿੱਚ ਸ਼ਾਮਲ ਕਰ ਦਿੱਤਾ ਜਾਂਦਾ ਹੈ। ਇਹੀ ਮੰਗ ਸਾਡੀ ਹੈ ਕਿ ਜਦੋਂ ਪਨ ਬੱਸ ਦੀਆਂ ਬੱਸਾਂ ਨੂੰ ਰੋਡਵੇਜ਼ ਵਿੱਚ ਮਰਜ ਕੀਤਾ ਜਾ ਸਕਦਾ ਹੈ ਤਾਂ ਵਰਕਰ ਨੂੰ ਕਿਉਂ ਨਹੀਂ ਮਰਜ ਕੀਤਾ ਜਾ ਸਕਦਾ? ਯਾਨੀ ਕਿ ਸਰਕਾਰ ਦਾ ਇੱਕ ਨੁਕਤਾ ਹੈ ਤੁਹਾਡੇ ਮੁਤਲਕ ਕਿ ਤੁਸੀਂ ਪਨ ਬੱਸ ਦੇ ਇੰਪਲਾਈ ਹੋ ਜਾਂ ਯਾਨੀ ਕਿ ਪੀਆਰਟੀਸੀ ਦੇ ਇੰਪਲਾਈ ਹੋ ਜੋ ਰੋਡਵੇਜ਼ 'ਚ ਨਹੀਂ ਕਨਵਰਟ ਹੋ ਸਕਦੇ। ਤੇ ਜਿਵੇਂ ਤੁਹਾਡਾ ਦਲੀਲ ਇਹ ਹੈ ਕਿ ਜਿਹੜੇ ਤੁਸੀਂ ਪਨ ਬੱਸ ਦੇ ਥਰੂ ਬੱਸਾਂ ਖਰੀਦੀਆਂ ਜਾਂ ਲੋਨ ਲੈ ਕੇ ਖਰੀਦੀਆਂ ਜਾਂ ਕਿਸ ਤਰ੍ਹਾਂ ਵੀ ਖਰੀਦੀਆਂ, ਉਹ ਜਦੋਂ ਲੋਨ ਪੂਰਾ ਹੋ ਜਾਂਦਾ ਤਾਂ ਉਹ ਰੋਡਵੇਜ਼ 'ਚ ਕਨਵਰਟ ਕਰ ਦਿੱਤੀਆਂ ਜਾਂਦੀਆਂ ਨੇ, ਵੀ ਮੁਲਾਜ਼ਮਾਂ ਨੂੰ ਕਿਉਂ ਨਹੀਂ ਕੀਤਾ ਜਾ ਸਕਦਾ? ਬਿਲਕੁਲ ਸਰ, ਮੁਲਾਜ਼ਮਾਂ ਨੂੰ, ਕਿਉਂਕਿ ਇਹ ਜਿਹੜੀ ਬੱਸਾਂ ਨੇ ਇਹਨਾਂ ਦਾ ਕਰਜ਼ਾ ਵੀ, ਜੋ ਆਪਣਾ ਆਪਰੇਸ਼ਨਲ ਸਟਾਫ ਹੈ, ਵਰਕ ਡਰਾਈਵਰ ਕਨੈਕਟਰ, ਇਹਨਾਂ ਨੇ ਮਿਹਨਤ ਕਰਕੇ ਕਰਜ਼ਾ ਮੁਕਤ ਕਰਿਆ, ਇਹਨਾਂ ਨੇ ਬੱਸਾਂ ਦਾ ਕਰਜ਼ਾ ਉਤਾਰਿਆ। ਅਸੀਂ ਮੰਗ ਇਹੀ ਕਰਦੇ ਹਾਂ ਕਿ ਸਾਨੂੰ ਰੋਡਵੇਜ਼ ਵਿੱਚ ਪੱਕਾ ਕੀਤਾ ਜਾਵੇ, ਜਿੱਦਾਂ ਬੱਸਾਂ ਪਨ ਬੱਸ ਦੀਆਂ ਰੋਡਵੇਜ਼ 'ਚ ਮਰਜ ਕੀਤੀਆਂ ਗਈਆਂ, ਉਹਦਾ ਸਾਡਾ ਸਟਾਫ ਵੀ, ਰਨਿੰਗ ਸਟਾਫ ਤੇ ਵਰਕਸ਼ਾਪ ਸਟਾਫ ਨੂੰ ਮਰਜ ਕਰਕੇ ਸਾਨੂੰ ਪੱਕਾ ਕੀਤਾ ਜਾਵੇ। ਚਲੋ, ਤੁਹਾਡਾ ਅੱਜ ਕਿੰਨੇ ਡਿਪੂ ਬੰਦ ਨੇ? ਸਰ ਸਾਡੇ ਟੋਟਲ 9 ਡਿਪੂ ਪੀਆਰਟੀਸੀ ਦੇ, 18 ਡਿਪੂ ਰੋਡਵੇਜ਼, 27 ਡਿਪੂ ਤੇ 2 ਸਬ ਡਿਪੂ ਸਾਡੇ ਫਾਜ਼ਿਲਕਾ ਤੇ ਜੀਰਾ, ਇਹ 2 ਵੀ ਬੰਦ ਹੈ। ਟੋਟਲ ਸਾਰਾ 100% ਸਾਡੀ ਹੜਤਾਲ ਹੈ। 100% ਸਾਡਾ। ਤੁਸੀਂ ਅਣਮਿੱਥੇ ਸਮੇਂ ਲਈ ਇਹਦਾ ਐਲਾਨ ਕੀਤਾ ਹੈ ਤੇ ਕੱਲ ਤੁਸੀਂ ਸੀਐਮ ਸਾਹਿਬ ਦਾ ਘਿਰਾਓ ਕਰਨਾ ਹੈ ਕਿ ਹੁਣ ਤੱਕ ਤੁਹਾਨੂੰ ਕਿਸੇ ਸਰਕਾਰੀ ਅਧਿਕਾਰੀ ਨੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਹੈ? ਸਮੇਂ ਜਿੱਦਾਂ ਪਹਿਲਾਂ ਵੀ ਹੜਤਾਲ ਹੁੰਦੀ, ਸਾਨੂੰ ਫੋਨ ਦੁਆਰਾ ਸਾਡੇ ਸੈਂਟਰ ਵਾਡੀ ਦੇ ਪ੍ਰਧਾਨ ਰੇਸ਼ਮ ਸਿੰਘ ਗਿੱਲ, ਉਹਨਾਂ ਨੂੰ ਕਾਲ ਵੀ ਆਉਂਦੀ ਹੈ, ਜਾਂਦੇ ਵੀ ਆ ਮੀਟਿੰਗ ਤੇ, ਪਰ ਕੋਈ ਪੁਖਤਾ ਕੋਈ ਕਿਸੇ ਅਧਿਕਾਰੀ ਨੇ ਸਾਨੂੰ ਦੱਸਿਆ ਨਹੀਂ ਕਿ ਸਾਨੂੰ ਮਿਲੋ, ਆਣ ਕੇ ਮੀਟਿੰਗ ਕਰੋ। ਹਜੇ ਤੱਕ ਯਾਨੀ ਕੋਈ ਸੰਪਰਕ ਨਹੀਂ ਕੀਤਾ? ਕੋਈ ਸੰਪਰਕ ਨਹੀਂ ਕੀਤਾ, ਕਿਉਂਕਿ ਇਹਨਾਂ ਨੂੰ, ਸਰਕਾਰ ਨੂੰ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਕਿ ਕੋਈ ਚਿੰਤਾ ਹੀ ਨਹੀਂ। ਪਬਲਿਕ ਪਰੇਸ਼ਾਨ ਹੋ ਰਹੀ ਹੈ, ਬੁਰਾ ਹਾਲ ਹੈ, ਬੱਸ ਸਟੈਂਡ ਤੇ ਜਾ ਕੇ ਦੇਖੋ। ਚਲੋ, ਹਜੇ ਤਾਂ ਸ਼ੁਰੂਆਤ ਹੈ, ਪਬਲਿਕ ਦੀ ਪਰੇਸ਼ਾਨੀ ਸ਼ੁਰੂ ਹੋਈ ਹੈ। ਜੇ ਅਣਮਿੱਥੇ ਸਮੇਂ ਲਈ ਚਲਿਆ ਜਾਂਦਾ ਤਾਂ ਫਿਰ ਇੱਕ ਉਹ ਵੱਡੀ ਪਰੇਸ਼ਾਨੀ ਦਾ ਸਬਬ ਬਣ ਸਕਦਾ ਹੈ। ਬਿਲਕੁਲ। ਕੱਲ ਤੁਸੀਂ ਸੀਐਮ ਦੀ ਰਿਹਾਇਸ਼ ਦਾ ਘਿਰਾਓ ਕਰਨਾ, ਸੀਐਮ ਸਾਹਿਬ ਦੀਆਂ 2 ਰਿਹਾਇਸ਼ਾਂ ਨੇ, ਉਹ ਹਮੇਸ਼ਾ ਸਿਸਮਾਂ ਤੇ ਮਿਲਦੇ ਨੇ ਜਾਂ ਸਰਕਾਰੀ ਰਿਹਾਇਸ਼ ਤੇ ਮਿਲਦੇ ਨੇ, ਕਿਹੜੇ ਪਾਸੇ ਜਾਓਗੇ? ਅਸੀਂ ਸਰ ਸਿਸਮਾ, ਜੋ ਸੀਐਮ ਸਾਹਿਬ ਜ਼ਿਆਦਾਤਰ ਆਪਣਾ ਜੋ ਸਮਾਂ ਹੈ ਉਹ ਸਿਸਮਾ ਫਾਰਮ 'ਚ ਆਪਣਾ ਬਿਤਾਉਂਦੇ ਨੇ, ਉਸ ਸਿਸਮਾ ਰਿਹਾਇਸ਼ ਜੋ ਹੈ ਉੱਥੇ ਘਿਰਾਓ ਕਰਨਾ ਹੈ। ਉਸ ਘਿਰਾਓ ਦਾ ਪੂਰਾ ਸਾਡਾ ਪਲਾਨ ਬਣ ਚੁੱਕਿਆ ਹੈ, ਸਾਡਾ ਉੱਥੇ ਵਰਕਰ ਪਹੁੰਚ ਚੁੱਕੇ ਨੇ ਤੇ ਕੱਲ ਨੂੰ ਆਪਾਂ 7 ਵਜੇ। ਜੇ ਉਹ ਰਿਹਾਇਸ਼ ਸਰਕਾਰੀ ਤੇ ਆ ਗਏ ਫਿਰ ਤਾਂ ਅਸੀਂ ਆਪਣੇ ਜਿਹੜੇ ਵਰਕਰ ਹੈ ਉਹ ਰਿਹਾਇਸ਼, ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਐਡਾ ਵੱਡਾ ਅਦਾਰਾ ਹੈ, ਟੋਟਲ 27 ਡਿਪੂ ਤੇ 2 ਸਬ ਡਿਪੂ ਹੈ, ਉਹਨਾਂ ਵਿੱਚੋਂ ਵਰਕਰ ਅਸੀਂ ਪਲਾਨ ਪਹਿਲਾਂ ਤਿਆਰ ਕੀਤਾ ਹੋਇਆ, ਅਸੀਂ ਸਰਕਾਰੀ ਰਿਹਾਇਸ਼ ਵਾਲੇ ਮੂਵ ਕਰ ਸਕਦੇ ਹਾਂ। ਯਾਨੀ ਕਿ ਤੁਸੀਂ, ਤੁਹਾਡੀ ਤਿਆਰੀ ਪੂਰੀ ਹੈ, ਚਾਹੇ ਮੁੱਖ ਮੰਤਰੀ ਸਾਹਿਬ ਸਰਕਾਰੀ ਰਿਹਾਇਸ਼ ਤੇ ਰਹਿਣ, ਚਾਹੇ ਆਪਦੇ ਸਿਸਮਾ ਵਾਲੇ ਫਾਰਮ ਹਾਊਸ ਤੇ ਰਹਿਣ, ਤੁਸੀਂ ਘਿਰਾਓ 101% ਕੱਲ ਕਰਨਾ ਹੈ? ਬਿਲਕੁਲ ਸਰ, ਅਸੀਂ ਘਿਰਾਓ ਕਰਨਾ ਹੀ ਕਰਨਾ। ਇਹ ਘਿਰਾਓ ਸਾਡਾ ਸ਼ੌਂਕ ਨਹੀਂ ਹੈ ਕਰਨਾ। ਅੱਜ ਸਾਨੂੰ ਸੀਐਮ ਮੀਟਿੰਗ ਦੇ ਕੇ ਸਾਨੂੰ ਰੈਗੂਲਰ ਕਰਦੇ, ਨੋਟੀਫਿਕੇਸ਼ਨ ਸਾਡੇ ਹੱਥ 'ਚ ਫੜਾ ਦੇ, 1 ਘੰਟੇ ਦੇ ਵਿੱਚ ਸਾਨੂੰ ਨੋਟਿਸ ਦੇ ਦੇ, ਅਗਲੇ 5 ਮਿੰਟਾਂ ਦੇ ਵਿੱਚ ਅਸੀਂ ਗੱਡੀਆਂ ਕੱਢ ਲੈਣਗੇ। ਸਾਨੂੰ ਹੜਤਾਲ ਕਰਨਾ ਸਾਡਾ ਸ਼ੌਂਕ ਨਹੀਂ ਹੈ। ਇਹਦੇ ਵਿੱਚ ਸਾਡਾ ਵੀ ਨੁਕਸਾਨ ਹੁੰਦਾ ਹੈ ਤੇ ਆਮ ਜਿਹੜੀ ਜਨਤਾ ਸਫ਼ਰ ਕਰਦੀ ਹੈ ਉਹਦਾ ਵੀ ਨੁਕਸਾਨ ਹੁੰਦਾ ਹੈ। ਅਸੀਂ ਤਿਆਰ ਹੈ, ਸਾਨੂੰ ਨੋਟੀਫਿਕੇਸ਼ਨ ਫੜਾ ਦੇ ਰੈਗੂਲਰ ਕਰਨ ਦਾ ਤੇ ਅਸੀਂ ਗੱਡੀਆਂ ਚਲਾਉਣ ਨੂੰ ਤਿਆਰ ਹਾਂ। ਯਾਨੀ ਕਿ ਜੇ ਸਰਕਾਰ ਨਹੀਂ ਸੁਣਦੀ ਤਾਂ ਇਹ ਅਣਮਿੱਥੇ ਸਮੇਂ ਲਈ ਬਹੁਤ ਲੰਬਾ ਚੱਲ ਸਕਦਾ। ਜਿਵੇਂ ਕਿਸਾਨ ਅੰਦੋਲਨ ਦੀ ਗੱਲ ਕਰੀਏ ਆਪਾਂ, ਤੇ ਇਹ ਤੁਹਾਡੀ, ਇਹ ਸਰਕਾਰ ਦੀ ਜਿੱਦ ਹੈ, ਯਾਨੀ ਕਿ ਤੁਹਾਡੀ ਗੱਲ ਨਹੀਂ ਸੁਣ ਰਹੀ? ਬਿਲਕੁਲ ਸਰ, ਸਮੇਂ-ਸਮੇਂ ਤੇ ਸਾਨੂੰ ਮੀਟਿੰਗਾਂ ਦਈਆਂ ਜਾਂਦੀਆਂ, ਤੁਹਾਨੂੰ ਵੀ ਪਤਾ ਹੈ। ਪਹਿਲੇ ਜੁਲਾਈ ਦੇ ਮਹੀਨੇ ਵਿੱਚ ਹੜਤਾਲ ਕੀਤੀ ਹੈ। ਹੜਤਾਲ ਅਸੀਂ 9, 10, 11 ਅਗਸਤ ਦੀ ਵੀ ਰੱਖੀ ਸੀ ਕਿ ਇੰਡੀਪੈਂਡੈਂਸ ਡੇ ਆ ਰਿਹਾ ਸੀਗਾ 15 ਅਗਸਤ। ਉਸ ਟਾਈਮ ਸਾਡੀ ਰਜੀਆ ਸੁਲਤਾਨਾ ਜੀ ਨਾਲ ਮੀਟਿੰਗ ਕਰਕੇ ਸਾਡੀ ਹੜਤਾਲ ਪੋਸਟਪੋਨ ਕਰਾ ਦਿੱਤੀ ਸੀ, ਜਿਸ ਵਿੱਚ ਸਾਨੂੰ ਕਿਹਾ ਗਿਆ ਸੀ ਕਿ ਤੁਹਾਨੂੰ ਪਹਿਲੀ ਜੋ ਆਪਣੀ ਆਉਣ ਵਾਲੀ ਵਿਧਾਨ ਸਭਾ ਇਜਲਾਸ ਹੈ ਉਹਦੇ ਵਿੱਚ ਸਾਨੂੰ ਪੱਕਾ ਕਰ ਦਿੱਤਾ ਜਾਏਗਾ। ਤੇ ਅਸੀਂ ਨਾਲ ਨੋਟਿਸ ਦਿੱਤਾ ਸੀ। ਕਹਿਣ ਦਾ ਮਤਲਬ ਕਿ ਤੁਸੀਂ ਜਦੋਂ ਤੁਹਾਡੀ ਪਿਛਲੀ ਤੁਸੀਂ ਇੱਕ ਸਟ੍ਰਾਈਕ ਦਾ ਐਲਾਨ ਕੀਤਾ ਸੀ ਜਾਂ ਸੱਦਾ ਦਿੱਤਾ ਸੀ, ਉਹ
ਟਰਾਂਸਪੋਰਟ ਮੰਤਰੀ ਨੇ ਤੁਹਾਡੇ ਨਾਲ ਸੰਪਰਕ ਕਰਕੇ ਉਹ ਅੱਗੇ ਪਵਾਤਾ ਸੀ ਕਿ ਆਉਂਦੇ ਦਿਨਾਂ 'ਚ ਇਜਲਾਸ ਹੋਣਾ, ਉਦੋਂ ਪਹਿਲਾਂ ਤੁਹਾਡਾ ਇਹ ਮਸਲਾ ਹੱਲ ਕਰ ਦਿੱਤਾ ਜਾਵੇਗਾ, ਪਰ ਉਹ ਗੱਲ ਨਹੀਂ ਹੋਈ। ਹੁਣ ਤੁਹਾਨੂੰ ਸੁਲਤਾਨਾ ਜੀ ਨਾਲ ਕੋਈ ਸੰਪਰਕ ਹੋਇਆ ਤੁਹਾਡਾ? ਨਹੀਂ, ਸਾਡਾ ਰਜੀਆ ਸੁਲਤਾਨਾ ਨਾਲ ਕੋਈ ਸੰਪਰਕ ਨਹੀਂ ਹੋਇਆ। 1 ਤਰੀਕ ਨੂੰ ਸਾਡੀ ਜੋ ਰੈਗੂਲਰ ਜਥੇਬੰਦੀ ਹੈ ਉਹਦੇ ਨਾਲ ਰਜੀਆ ਸੁਲਤਾਨਾ ਆਪਣੇ ਟਰਾਂਸਪੋਰਟ ਮੰਤਰੀ ਦੀ ਮੀਟਿੰਗ ਹੋਈ ਸੀ। ਮੀਟਿੰਗ ਵਿੱਚ ਉਹਨਾਂ ਮੰਤਰੀ ਜੀ ਨੇ ਮੰਨਿਆ ਹੈ ਕਿ ਅਸੀਂ ਮੰਨਦੇ ਹਾਂ ਕਿ ਸਾਡੇ ਵਰਕਰਾਂ ਦੀ ਤਨਖਾਹਾਂ ਘੱਟ ਹੈ, ਇਹ ਪੱਕੇ ਹੋਣੇ ਚਾਹੀਦੇ ਹੈ ਕਾਫੀ ਦੇਰ ਤੋਂ, ਪਰ ਉਹ ਕਹਿੰਦੇ ਕਿ ਸਾਡੇ ਮੇਰੇ ਹੱਥ ਵਿੱਚ ਨਹੀਂ ਹੈ। ਹਰ ਵਾਰ ਆਪਣਾ ਪੱਲਾ ਝਾੜ ਦਿੰਦੇ ਆ ਕਿ ਸੀਐਮ ਨੇ ਕਰਨਾ ਹੈ, ਸੀਐਮ ਨੇ ਕਰਨਾ ਹੈ, ਪਰ ਹੁਣ ਇਲੈਕਸ਼ਨ ਦਾ ਦੌਰ ਹੈ, ਹੁਣ ਸੀਐਮ ਨੂੰ ਜਵਾਬ ਦੇਣਾ ਪੈਣਾ। ਹੁਣ ਤਾਂ ਇੱਕ ਹੋਰ ਗੱਲ ਆਈ ਹੈ ਕਿ ਜਿਹੜੇ ਪਾਰਟੀ ਦੇ ਪ੍ਰਧਾਨ ਨੇ ਸਿੱਧੂ ਸਾਹਿਬ, ਰਜੀਆ ਸੁਲਤਾਨਾ ਦੇ ਘਰ ਵਾਲੇ ਮੁਸਤਫਾ ਸਾਹਿਬ, ਉਹਨਾਂ ਦੇ ਰਣਨੀਤੀਕਾਰ ਬਣ ਗਏ ਨੇ। ਰਣਨੀਤੀ ਤੋਂ ਵੀ ਦੱਸ ਸਕਦੇ ਨੇ। ਬਿਲਕੁਲ, ਤੇ ਉਹਨਾਂ ਨੂੰ ਵੀ ਪਤਾ ਹੈ। ਉਹ ਸਾਰੇ ਮਲੇਰਕੋਟਲਾ, ਹੁਣ ਤੁਹਾਨੂੰ ਪਤਾ ਜਿਵੇਂ ਜ਼ਿਲ੍ਹਾ ਬਣਿਆ ਸੀ ਉਸ ਟਾਈਮ, ਜ਼ਿਲ੍ਹਾ ਬਣਾਤਾ, 23ਵਾਂ ਜ਼ਿਲ੍ਹਾ ਬਣਾਇਆ ਪੰਜਾਬ ਦਾ ਮਲੇਰਕੋਟਲਾ। ਤੇ ਇਹਦੇ ਵਿੱਚ ਵੀ ਸਾਨੂੰ ਆਪਣੇ ਰਜੀਆ ਸੁਲਤਾਨਾ ਜੀ ਦੇ ਜੋ ਹਸਬੈਂਡ ਹੈ ਆਪਣਾ, ਉਹਨਾਂ ਨਾਲ ਵੀ ਮਤਲਬ ਸਾਡੀ ਗੱਲਬਾਤ 1-2 ਵਾਰ ਹੋਈ ਹੈ। ਉਹ ਵੀ ਮੰਨਦੇ ਆ ਕਿ ਇਹ ਮੰਗਾਂ ਜਾਇਜ਼ ਹੈ, ਪਰ ਹੁਣ ਪਤਾ ਨਹੀਂ ਕਿਹੜੀ ਵਜ੍ਹਾ ਕਰਕੇ, ਕਿਸ ਵਜ੍ਹਾ ਕਰਕੇ ਕੈਪਟਨ ਅਮਰਿੰਦਰ ਸਿੰਘ ਜੀ ਜੋ ਹੈ ਸਾਡੀਆਂ ਮੰਗਾਂ ਨਹੀਂ ਮੰਨ ਰਹੇ। ਅੱਜ ਪੰਜਾਬ ਦਾ ਹਰ ਇੱਕ ਵਰਗ ਦੁਖੀ ਹੈ, ਪਰ ਹੁਣ ਚਲੋ ਵਰਗ ਤਾਂ ਦੁਖੀ ਹੈ, ਗੱਲ ਤਾਂ ਤੁਹਾਡੇ ਦੁਖੀ ਹੋਣ ਦੀ ਹੈ ਵੀ ਜਿਹੜਾ ਤੁਸੀਂ ਗੱਲ ਕਰਕੇ ਵਰਗ ਤਾਂ ਸਾਰੇ ਦੁੱਖ ਆਪਦੇ ਤੇ ਵਰਗ ਆਪਦੇ ਆਪਦੀ ਗੱਲ ਕਰ ਲੈਣਗੇ। ਯਾਨੀ ਕਿ ਤੁਹਾਡੀ ਰਣਨੀਤੀਕਾਰ ਨੇ ਜਿਹੜੇ ਕਾਂਗਰਸ ਪਾਰਟੀ ਦੇ ਪ੍ਰਧਾਨ ਨਵਜੋਤ ਸਿੱਧੂ ਦੇ, ਮੁਸਤਫਾ ਸਾਹਿਬ, ਰਜੀਆ ਸੁਲਤਾਨਾ ਟਰਾਂਸਪੋਰਟ ਮੰਤਰੀ ਨੇ ਜਿਹੜੇ, ਉਹਨਾਂ ਦੇ ਘਰ ਵਾਲੇ ਨੇ। ਇੱਕ ਟਰਾਂਸਪੋਰਟ ਮੰਤਰੀ ਹੈ, ਪਤਨੀ ਹੈ, ਦੋਨੇ ਮੀਆਂ ਬੀਬੀ ਤੁਹਾਡੇ ਮਸਲੇ ਨਾਲ ਜੁੜੇ ਹੋਏ ਨੇ। ਰਣਨੀਤੀ ਸਿੱਧੂ ਸਾਹਿਬ ਨੂੰ ਮੁਸਤਫਾ ਸਾਹਿਬ ਵੀ ਦੇ ਸਕਦੇ ਆ, ਗੱਲ ਸਮਝਾ ਸਕਦੇ ਆ, ਪਰ ਗੱਲ ਕਿਤੇ ਸਿਰੇ ਲੱਗਦੀ ਰਾਹ ਨਹੀਂ ਰਹੀ। ਤੁਹਾਡੀ ਦੋਨਾਂ ਸ਼ਖਸੀਅਤਾਂ ਨਾਲ ਸੰਪਰਕ ਹੈ ਤੁਹਾਡਾ? ਬਿਲਕੁਲ। ਤੇ ਫਿਰ ਗੱਲ ਤਾਂ ਕਿਤੇ ਨਾ ਕਿਤੇ ਤੁਹਾਡੀ ਗੱਲ ਹੁਣ ਪਿਛਲੀ ਕਿੱਥੇ ਰੁਕਦੀ ਨਜ਼ਰ ਆ ਰਹੀ ਹੈ। ਕੱਲ ਅਸੀਂ ਗੱਲਬਾਤ ਕੀਤੀ ਸੀ ਰਜੀਆ ਸੁਲਤਾਨਾ ਜੀ ਨਾਲ, ਮਤਲਬ ਪਹਿਲੇ ਹੁਣ ਇਸ ਟਾਈਮ ਉਹਨਾਂ ਨੇ ਸਾਨੂੰ ਸਾਡੇ ਨਾਲ ਕੋਈ ਲੈਟਰ ਨਹੀਂ ਭੇਜਿਆ, ਕੋਈ ਸਾਨੂੰ ਕਾਲ ਦੇ ਦੁਆਰਾ ਸਾਡੇ ਪ੍ਰਧਾਨ ਜੀ ਨੂੰ ਕੋਈ ਫੋਨ ਨਹੀਂ ਆਇਆ ਕਿ ਅਸੀਂ ਗੱਲ ਕਰਨਾ ਚਾਹੁੰਦੇ ਹਾਂ। ਉਹ ਮੈਡਮ ਰਜੀਆ ਸੁਲਤਾਨਾ ਤਾਂ ਐਵੇਂ ਬੋਲ ਦਿੰਦੇ ਆ ਕਿ ਹੁਣ ਇਸ ਟਾਈਮ ਮੇਰੇ ਹੱਥ ਵਿੱਚ ਕੁਝ ਨਹੀਂ ਹੈ, ਇਹ ਜੋ ਕਰਨਾ ਹੈ। ਟਰਾਂਸਪੋਰਟ, ਚਲੋ ਤੁਹਾਡਾ ਕਹਿਣ ਦਾ ਮਤਲਬ ਇਹ ਸਨ ਲਖਵਿੰਦਰ ਸਿੰਘ ਜੀ, ਹਾਂਜੀ, ਜਿਨ੍ਹਾਂ ਦਾ ਕਹਿਣਾ ਨਾ ਕਿ ਟਰਾਂਸਪੋਰਟ ਮੰਤਰੀ ਜਿਨ੍ਹਾਂ ਦਾ ਇਸ ਮਸਲੇ ਨਾਲ ਸਿੱਧਾ ਨਾਤਾ, ਉਹਨਾਂ ਦੇ ਹੱਥ ਖੜੇ ਹੋਏ ਨੇ ਕਿ ਮੈਂ ਇਸ 'ਚ ਕੁਝ ਨਹੀਂ ਕਰ ਸਕਦੀ। ਇਹਦਾ ਮਤਲਬ ਇਸ ਮਸਲੇ ਦੀ ਲਗਾਮ ਕਿਤੇ ਹੋਰ ਹੈ। ਇਹੀ ਰੌਲਾ ਜਾਂ ਇਹੀ ਦੋਸ਼ ਸਿੱਧੂ ਸਾਹਿਬ ਦਾ ਹੁੰਦਾ। ਉਹ ਪਾਰਟੀ ਦੇ ਪ੍ਰਧਾਨ ਨੇ ਕਿ ਉਹ ਵੀ ਜਦੋਂ ਮੁੱਖ ਰਹੇ ਮੰਤਰੀ, ਉਹ ਵੀ ਕਹਿੰਦੇ ਸੀ ਭਾਈ ਮੈਨੂੰ ਕੋਈ ਸਿਸਟਮ ਕੰਮ ਨਹੀਂ ਕਰਨ ਦਿੰਦਾ। ਤੇ ਕਿਤੇ ਨਾ ਕਿਤੇ ਇਹ ਗੱਲ ਤਸਦੀਕ ਹੁੰਦੀ ਹੈ ਲਖਵਿੰਦਰ ਜੀ ਦੇ ਕਹਿਣ ਦੇ ਤੇ ਸਿੱਧੂ ਸਾਹਿਬ ਦੇ ਕਹਿਣ ਦੇ, ਕਿਉਂਕਿ ਇਹ ਤਾਂ ਮੁਲਾਜ਼ਮ ਹੋ ਗਏ, ਆਪਦੀ ਗੱਲ ਰੱਖਦੇ ਨੇ। ਤੇ ਦੂਸਰੇ ਸਿੱਧੂ ਸਾਹਿਬ ਪਾਰਟੀ ਦੇ ਪ੍ਰਧਾਨ ਵੀ ਹੋ ਗਏ, ਉਹਨਾਂ ਦਾ ਵੀ ਇਹ ਕਹਿਣਾ ਕਿ ਇਹ ਲਗਾਮ ਕਿੱਥੋਂ ਹੋਰ ਖਿੱਚੀ ਜਾਂਦੀ ਹੈ। ਤੇ ਫਿਰ ਤਾਂ ਸਿੱਧੀ ਗੱਲ ਕੈਪਟਨ ਸਾਹਿਬ 'ਤੇ ਜਾਂਦੀ ਹੈ ਕਿ ਕੈਪਟਨ ਸਾਹਿਬ ਲੱਗਦਾ ਹੈ ਕਿ ਲੋਕਾਂ ਦੀ ਗੱਲ ਸੁਣਦੇ ਨਹੀਂ, ਕਿਉਂਕਿ ਦੋਸ਼ ਸਿੱਧੇ ਉਹਨਾਂ ਦੇ ਪ੍ਰਧਾਨ ਬਣਨ ਤੋਂ ਪਹਿਲਾਂ ਵਾਲੇ ਨਵਜੋਤ ਸਿੱਧੂ ਦੇ ਤੇ ਪ੍ਰਧਾਨ ਬਣਨ ਤੋਂ ਬਾਅਦ ਵੀ ਇਹੀ ਦੋਸ਼ ਹੈ। ਤੇ ਮੁਲਾਜ਼ਮਾਂ ਨੇ ਵੀ ਅੱਜ ਇਹੀ ਦੋਸ਼ ਲਾਏ ਨੇ, ਪਰ ਇਹਨਾਂ ਨੇ ਅਣਮਿੱਥੇ ਸਮੇਂ ਲਈ ਸਟ੍ਰਾਈਕ ਦਾ ਸੱਦਾ ਦਿੱਤਾ ਹੋਇਆ। ਅੱਜ ਤੱਕ ਕੋਈ ਵੀ ਸੰਪਰਕ ਇਸ ਵਿਭਾਗ ਵੱਲੋਂ ਇਹਨਾਂ ਦੇ ਆਗੂਆਂ ਨਾਲ ਨਹੀਂ ਕੀਤਾ ਗਿਆ। ਦੂਸਰਾ, ਕੱਲ ਇਹਨਾਂ ਨੇ ਜਿਹੜਾ ਮੁੱਖ ਮੰਤਰੀ ਪੰਜਾਬ ਦੀ ਸਿਸਮਾ ਰਿਹਾਇਸ਼ ਤੇ ਸਰਕਾਰੀ ਰਿਹਾਇਸ਼ ਤੇ ਘਿਰਾਓ ਕਰਨ ਦਾ ਸਿੱਧਾ ਐਲਾਨ ਕੀਤਾ ਹੋਇਆ। ਦੇਖਦੇ ਹਾਂ ਕਿ ਕੱਲ੍ਹ ਨੂੰ ਇਹਨਾਂ ਦਾ ਲੋਕਤੰਤਰੀ ਪੜਾਇਆ ਤਰੀਕਾ ਕੀ ਅਸਰਦਾਰ ਹੁੰਦਾ। ਹਜੇ ਤੱਕ ਤਾਂ ਪਿਛਲੀਆਂ ਮੀਟਿੰਗਾਂ ਇਹਨਾਂ ਦੀਆਂ ਬਹੁਤ ਹੋ ਗਈਆਂ, ਮੰਤਰੀ ਸਾਹਿਬ ਨਾਲ ਵੀ ਹੋ ਗਈਆਂ, ਅਧਿਕਾਰੀਆਂ ਨਾਲ ਵੀ ਹੋ ਗਈਆਂ। ਮੰਤਰੀ ਜਿਹੜੇ ਕੈਪਟਨ ਸਾਹਿਬ ਇਹਨਾਂ ਦੇ ਸਰਕਾਰ ਚੋਣ ਤੋਂ ਪਹਿਲਾਂ ਨੂੰ ਸਿੱਧਾ ਉਹ ਵੀ ਕਿਹਾ ਸੀਗਾ, ਪਰ ਕੋਈ ਵੀ ਗੱਲ ਸਿਰੇ ਲੱਗਦੀ ਨਜ਼ਰ ਨਹੀਂ ਆਉਂਦੀ। ਦੇਖਦੇ ਹਾਂ ਕਿ ਕੱਲ੍ਹ ਨੂੰ ਕੀ ਹੁੰਦਾ। ਦਰਸ਼ਕਾਂ ਸਾਹਮਣੇ ਅਸੀਂ ਅਜਿਹੀਆਂ ਚਰਚਾਵਾਂ ਪੇਸ਼ ਕਰਦੇ ਰਹਿੰਦੇ ਹਾਂ। ਜੇ ਸਾਡੀ ਐਸੀ ਕੋਸ਼ਿਸ਼ ਦਰਸ਼ਕਾਂ ਨੂੰ ਠੀਕ ਲੱਗਦੀ ਹੈ ਤਾਂ ਸਾਡੇ ਪ੍ਰੋਗਰਾਮ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਦੇਣ ਤੇ ਲਗਾਤਾਰ ਦੇਖਦੇ ਰਹਿਣ ਸਕਾਈ ਨਿਊਜ਼ ਪੰਜਾਬ।